ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋਂ ਬਾਰ ਬਾਰ ਜਗਦੀਸ਼ਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਦੋਹਰਾ ਮਾਰਗ ਰਾਮ ਬਜ ਰੂੜ ਕੋ ਧੁੰਦਰ ਦੀ ਬਜਾਏ ਫਤਿਹ ਪਾਏ ਪੁਰ ਮੈਂ ਪਰਗਸੇ ਗਰਜੇ ਫਤਿਹ ਬੁਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਅਨੰਦਪੁਰ ਸਾਹਿਬ ਦੇ ਨੇੜੇ ਸਤਲੁਜ ਤੋਂ ਪਾਰ ਇੱਕ ਬਜਰੂੜ ਨਗਰ ਹੈ। ਉੱਥੇ ਜ਼ਿਆਦਾਤਰ ਰੰਗੜ ਅਤੇ ਗੁੱਜਰ ਵਸਦੇ ਹਨ। ਹੁਣ ਇਹਨਾਂ ਰੰਗੜਾਂ ਅਤੇ ਗੁੱਜਰਾਂ ਨੇ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲ ਆ ਰਹੀ ਸੰਗਤ ਨੂੰ ਲੁੱਟਿਆ। ਉਹਨਾਂ ਕੋਲੋਂ ਵਸਤਾਂ ਖੋਹੀਆਂ ਅਤੇ ਕੁਝ ਸਿੱਖਾਂ ਨੂੰ ਉਹਨਾਂ ਨੇ ਮਾਰ ਵੀ ਦਿੱਤਾ। ਸੰਗਤਾਂ ਨੇ ਆ ਕੇ ਪਾਤਸ਼ਾਹ ਜੀ ਕੋਲ ਬੇਨਤੀ ਕੀਤੀ, ਮਹਾਰਾਜ ਬਜਰੂੜ ਵਾਲਿਆਂ ਨੇ ਸਾਡੇ 'ਤੇ ਹਮਲਾ ਕਰਕੇ ਸਾਡਾ ਬਹੁਤ ਨੁਕਸਾਨ ਕੀਤਾ। ਪਾਤਸ਼ਾਹ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਦੇਵਾਂਗੇ ਉਹਨਾਂ ਨੂੰ ਵੀ ਅਕਲ। ਔਰ 2-3 ਦਿਨਾਂ ਬਾਅਦ ਪਾਤਸ਼ਾਹ ਸ਼ਿਕਾਰ ਖੇਡਣ ਦੇ ਬਹਾਨੇ ਉੱਥੇ ਪਹੁੰਚ ਗਏ ਅਤੇ ਫਿਰ ਬਜੂੜ ਵਾਲੇ ਰੰਗੜਾਂ ਨੂੰ ਅਤੇ ਗੁੱਜਰਾਂ ਨੂੰ ਜਿਹੜਾ ਹੈ ਗੁਰੂ ਪਿਆਰਿਓ ਜੰਗ ਕਰਕੇ ਖ਼ਤਮ ਕੀਤਾ। ਜਿਨ੍ਹਾਂ ਨੇ ਮਾफ़ੀ ਮੰਗ ਲਈ ਉਹਨਾਂ ਨੂੰ ਛੱਡ ਦਿੱਤਾ। ਇਸ ਤਰ੍ਹਾਂ ਪਾਤਸ਼ਾਹ ਜੀ 2-2.5 ਘੰਟੇ ਦੇ ਇਹ ਜੰਗ ਨੂੰ ਕਰਕੇ ਵਾਪਸ ਅਨੰਦਪੁਰ ਸਾਹਿਬ ਆ ਗਏ। ਉਸ ਤੋਂ ਬਾਅਦ ਜਿਹੜਾ ਖਾਲਸਾ ਪੰਥ ਹੈ ਅਸਲ ਵਿੱਚ ਹਿੰਦੂਆਂ ਅਤੇ ਤੁਰਕਾਂ ਦੀ ਅੱਖ ਵਿੱਚ ਰੜਕਣ ਲੱਗਿਆ ਸੀ। ਉਹੀ ਪਹਾੜੀਏ ਜਿਨ੍ਹਾਂ ਦੇ ਬੁੜੇ ਕਿਸੇ ਵੇਲੇ ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ ਕੱਢ ਕੇ ਲਿਆਂਦੇ ਸਨ। ਔਰ ਉਹ ਹਿੰਦੂ ਲੋਕ ਬ੍ਰਾਹਮਣ ਲੋਕ ਕਸ਼ਮੀਰ ਦੇ ਰਹਿਣ ਵਾਲੇ ਜਿਨ੍ਹਾਂ ਦੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਲੀਦਾਨ ਦਿੱਤਾ, ਸ਼ਹੀਦੀ ਦਿੱਤੀ। ਔਰੰਗਜ਼ੇਬ ਨੂੰ ਜਾ ਕਰਕੇ ਰੋਕਣਾ ਕੀਤਾ। ਅੱਜ ਉਹ ਤਕੜੇ ਹੋ ਗਏ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਹਰਗੋਬਿੰਦ ਸਾਹਿਬ ਜੀ ਦੇ ਪੋਤਰਿਆਂ ਦੇ ਖਿਲਾਫ ਉਹਨਾਂ ਬੁੜਿਆਂ ਦੇ ਪੋਤਰੇ ਹੋ ਗਏ ਪਹਾੜੀਏ, ਹਿੰਦੂ, ਬ੍ਰਾਹਮਣ ਅਤੇ ਤੁਰਕ। ਤੁਰਕ ਇਸ ਕਰਕੇ ਲੱਗਦੇ ਸਨ ਕਿ ਅਸੀਂ ਹਿੰਦੁਸਤਾਨ ਵਿੱਚ, ਭਾਰਤ ਵਰਸ਼ ਵਿੱਚ ਇਕੱਲੇ ਮੁਸਲਮਾਨ ਦੇਖਣੇ ਹਨ, ਸਾਰਿਆਂ ਨੂੰ ਮੁਸਲਮਾਨ ਬਣਾਉਣਾ, ਅਤੇ ਇਹ ਸਾਡੇ ਵਿਚਾਲੇ ਅੜਦੇ ਹਨ। ਅਤੇ ਹਿੰਦੂ ਜਿਹੜੇ ਸਨ ਗੁਰੂ ਪਿਆਰੋ, ਉਹਨਾਂ ਨੂੰ ਵੀ ਅਕਲ ਨਹੀਂ ਸੀ। ਬ੍ਰਾਹਮਣਾਂ ਨੂੰ ਉਹਨਾਂ ਦਾ ਇਹ ਖਿਆਲ ਸੀ ਕਿ ਸਾਡਾ ਜਿਹੜਾ ਮਨੂ ਸੰਸਕ੍ਰਿਤੀ ਹੈ ਪੁਰਾਣੀ, ਇਹੀ ਚੱਲਣੀ ਚਾਹੀਦੀ ਹੈ, ਇੱਥੇ ਹੋਰ ਨਹੀਂ ਕੁਝ ਹੋਣਾ ਚਾਹੀਦਾ। ਜਿਵੇਂ ਤੀਜੇ ਪਾਤਸ਼ਾਹ ਜੀ ਦੇ ਉੱਤੇ ਲਾਹੌਰ ਦੇ ਹਿੰਦੂਆਂ ਨੇ ਕੇਸ ਕੀਤਾ ਸੀਗਾ ਬਈ ਗੁਰੂ ਅਮਰਦਾਸ ਜੀ ਨੂੰ ਰੋਕੋ, ਇਹ ਨਵੇਂ ਗ੍ਰੰਥ ਰਚਣ ਲੱਗ ਪਏ, ਨਵੀਂ ਬਾਣੀ ਲਿਖਣ ਲੱਗ ਪਏ, ਨਵੇਂ ਰੀਤੀ ਰਿਵਾਜ ਬਣਾ ਦਿੱਤਾ। ਪਰ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਪਾਰ ਬ੍ਰਹਮ ਕੀ ਫੌਜ, ਇਹ ਪਰਮੇਸ਼ਰ ਦੀ ਫੌਜ ਹੈ। ਇਹ ਕਿਸੇ ਦੇ ਐਂਟੀ ਨਹੀਂ, ਕਿਸੇ ਦੇ ਖਿਲਾਫ ਨਹੀਂ, ਕਿਸੇ ਦੇ ਨਾਲ ਵੀ ਨਹੀਂ। ਜਿੱਥੇ ਜ਼ੁਲਮ ਹੁੰਦਾ ਹੈ ਉੱਥੇ ਕੇਵਲ ਅਤੇ ਕੇਵਲ ਖਾਲਸਾ ਪੰਥ ਅੜਦਾ ਹੈ। ਅੱਜ ਤੱਕ ਆਪਾਂ ਦੇਖ ਰਹੇ ਹਾਂ, ਜੇ ਹਿੰਦੁਸਤਾਨ ਦੇ ਹਿੰਦੂਆਂ ਦੀਆਂ ਬਹੂ ਬੇਟੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਵਰਗੇ ਚੱਕ ਕੇ ਲਿਜਾ ਰਹੇ ਸੀ। 17 ਵਾਰੀ ਉਹਨੇ ਹਮਲਾ ਕੀਤਾ, ਅਤੇ 17 ਵਾਰੀ ਹਮਲਾ ਕਰਕੇ ਇਸ ਭਾਰਤ ਦੇ ਵਿੱਚੋਂ ਮੰਦਿਰਾਂ ਦੇ ਵਿੱਚ ਇਕੱਠਾ ਹੋਇਆ ਧਨ, ਸੋਨਾ, ਚਾਂਦੀ, ਹੀਰੇ ਜਵਾਹਰਾਤ, ਜੋ ਬ੍ਰਾਹਮਣਾਂ ਨੇ ਮੂਰਤੀਆਂ ਨੂੰ ਹੀ ਗੋਲਕ ਬਣਾ ਲਿਆ ਸੀਗਾ। ਵਿੱਚੋਂ ਪੋਲੀਆਂ ਆਉਂਦੀਆਂ ਸੀਗੀਆਂ ਅਤੇ ਜੋ ਚੜਾਵਾ ਕੀਮਤੀ ਹੁੰਦਾ ਉਹਦੇ ਵਿੱਚ ਲੁਕੋ ਦਿੰਦੇ ਸੀਗੇ। ਇਸ ਤਰ੍ਹਾਂ ਗੁਰੂ ਪਿਆਰਿਓ, ਅਹਿਮਦ ਸ਼ਾਹ ਅਬਦਾਲੀ ਨੂੰ ਜਦ ਪਤਾ ਲੱਗਿਆ ਕਿਸੇ ਮੂਰਤੀ ਦੇ ਟੁੱਟਣ 'ਤੇ ਉਸਨੇ ਸਾਰੇ ਮੰਦਿਰਾਂ ਦੇ ਵਿੱਚ ਉਸ ਵੇਲੇ ਫਿਰ ਹਮਲੇ ਕਰਕੇ ਬੇਅੰਤ ਸੋਨਾ ਚਾਂਦੀ ਇੱਥੋਂ ਲੁੱਟ ਕੇ ਲੈ ਜਾਂਦਾ। ਔਰ ਨਾਲ ਹੀ ਜਿਹੜਾ ਤੀਆਂ ਲੱਗਣ ਦਾ ਰਿਵਾਜ ਹੈ, ਇਹ ਵੀ ਇਹਨਾਂ ਲੋਕਾਂ ਦਾ ਚਲਾਇਆ ਹੋਇਆ ਸੀਗਾ ਵੀ ਤੁਸੀਂ ਨਗਰਾਂ ਦੀਆਂ ਨੌਜਵਾਨ ਲੜਕੀਆਂ ਆ ਕੇ ਇੱਥੇ ਨੱਚੋ। ਫਿਰ ਉਹਨਾਂ ਵਿੱਚੋਂ ਛਾਂਟ ਕੇ ਬੇਅੰਤ ਲੜਕੀਆਂ ਨੂੰ ਨਾਲ ਲੈ ਜਾਂਦੇ ਅਤੇ ਉੱਥੇ ਗਜਨੀ ਦੇ ਬਾਜ਼ਾਰ ਵਿੱਚ 2-2 ਟਕਿਆਂ ਦੀਆਂ ਵੇਚਦੇ ਸਨ। ਔਰ ਉਹਨੂੰ ਰੋਕਣ ਵਾਲਾ ਵੀ ਖਾਲਸਾ ਪੰਥ ਸੀ। ਜੇ ਕਿਸੇ ਵੇਲੇ ਮੁਗਲਾਂ ਅਤੇ ਮੁਸਲਮਾਨਾਂ 'ਤੇ ਜ਼ੁਲਮ ਹੋਇਆ, ਹਿੰਦੂਆਂ ਨੇ ਕੀਤਾ, ਅਤੇ ਉਹਨਾਂ ਨੂੰ ਰੋਕਣ ਵਾਲਾ ਵੀ ਖਾਲਸਾ ਪੰਥ ਹੈ। ਪਰ ਸੰਸਾਰ ਦੇ ਹੁਣ ਇਹ ਅੱਖ ਵਿੱਚ ਰੜਕਣ ਲੱਗਿਆ ਖਾਲਸਾ ਪੰਥ। ਜਿਵੇਂ ਪਹਿਲਾਂ ਆਲਸੂਨ ਦੇ ਲੋਕਾਂ ਨੇ ਸੰਗਤਾਂ ਨੂੰ ਲੁੱਟਿਆ, ਪਾਤਸ਼ਾਹ ਜੀ ਨੇ ਆਲਸੂਨ ਦੇ ਲੋਕਾਂ ਨੂੰ ਵੀ ਸਬਕ ਸਿਖਾਇਆ। ਬਜਰੂੜ ਦੇ ਗੁੱਜਰਾਂ ਨੇ, ਰੰਗੜਾਂ ਨੇ ਸੰਗਤਾਂ ਨੂੰ ਲੁੱਟਿਆ, ਅਤੇ ਇਹਨਾਂ ਨੂੰ ਵੀ ਹੁਣ ਸਬਕ ਸਿਖਾਇਆ। ਅੱਗੇ ਕੀ ਹੁੰਦਾ ਹੈ, ਖਾਲਸਾ ਪੰਥ ਕਿਸ ਤਰ੍ਹਾਂ ਆਪਣੀ ਚੜ੍ਹਦੀ ਕਲਾ ਦੀਆਂ ਸਿਖਰਾਂ ਨੂੰ ਛੂਹੰਦਾ ਹੈ, ਇਹ ਵਿਚਾਰਾ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਦੋਹਰਾ। ਰਾਮ ਬਜਰੂੜ ਕੋ ਧੁੰਦਰ ਦੀ ਬਜਾਏ, ਫਤਿਹ ਪਾਏ ਪੁਰ ਮੈਂ ਪਰਵਸੇ, ਗਰਜੇ ਫਤਿਹ ਬੁਲਾਏ। ਇਉਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸੰਗਤਾਂ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਇਸ ਤਰ੍ਹਾਂ ਸਾਨੂੰ ਬਜਰੂੜ ਦੇ ਲੋਕਾਂ ਨੇ ਲੁੱਟ ਲਿਆ ਹੈ, ਸੰਗਤਾਂ ਨੂੰ ਦੁੱਖ ਦਿੱਤਾ ਹੈ, ਅਤੇ ਪਾਤਸ਼ਾਹ ਜੀ ਨੇ ਫਿਰ 3-4 ਦਿਨਾਂ ਦੇ ਬਾਅਦ ਜਦੋਂ ਗੱਲ ਟਿਕ ਆ ਗਈ, ਜਾ ਕਰਕੇ ਸ਼ਿਕਾਰ ਖੇਡਣ ਦੇ ਬਹਾਨੇ ਹਮਲਾ ਕੀਤਾ, ਅਤੇ ਉਹਨਾਂ ਨੂੰ ਗੁਰੂ ਪਿਆਰਿਓ ਸੁੱਧ ਬਖਸ਼ੀਆ, ਉਹਨਾਂ ਨੂੰ ਗਿਆਨ ਦਿੱਤਾ, ਅਤੇ ਬਹੁਤ ਸਾਰੇ ਰੰਗੜ ਗੁੱਜਰ ਮਾਰੇ ਵੀ ਗਏ ਜੇ। ਜਹਤਾ ਸੁਧ ਪਸਰੀ ਭਾਜੰਗ, ਦੁਰਗ ਦਿਹ ਦ੍ਰਿੜਤਾ ਦਸ਼ਨ ਭੰਗ। ਔਰ ਸਤਿਗੁਰਾਂ ਦੇ ਇਸ ਜੰਗ ਦੀ ਖਬਰ ਵੀ ਜਹ ਕਹੇ ਇੱਧਰ ਉੱਧਰ ਦੂਰ ਤੱਕ ਫੈਲ ਗਈ ਕਿ ਉਹਨਾਂ ਨੇ ਹਮਲਾ ਕਰਕੇ ਨਾਲੇ ਤਾਂ ਬਜਰੂੜ ਦੇ ਉਹਨਾਂ ਜ਼ਾਲਮਾਂ ਦਾ ਖਾਤਮਾ ਕੀਤਾ, ਨਾਲੇ ਉਹਨਾਂ ਦਾ ਕਿਲ੍ਹਾ ਢਾਹ ਕੇ ਖਤਮ ਕਰ ਦਿੱਤਾ ਜੇ। ਹਰਿਓ ਨਾ ਕੋਈ ਸਿੰਘਣ ਆਗੇ, ਉਬਰੇ ਦੀਨ ਭਏ ਕੈ ਭਾਗੇ। ਔਰ ਹੁਣ ਗੁਰੂ ਪਿਆਰਿਓ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਣ ਲੱਗੀ। ਹੁਣ ਜਿਹੜਾ ਹੈ ਖਾਲਸੇ ਦੇ ਅੱਗੇ ਕੋਈ ਵੀ ਅੜਨ ਤੋਂ ਡਰਨ ਲੱਗਿਆ ਜੇ। ਪੰਥ ਵਿਸਾਲ ਬਿਦਤ ਨਿਤ ਭਇਓ,
ਸਭਨ ਚੁਗਿਰ ਦੇ ਡਾਰੇ ਉਪਜਿਓ ਇਉਂ ਖਾਲਸਾ ਪੰਥ ਦਿਨ ਦੁੱਗਣੀ ਰਾਤ ਚੌਗੁਣੀ ਚੜ੍ਹਦੀ ਕਲਾ ਦੇ ਨਾਲ ਤਰੱਕੀ ਕਰਨ ਲੱਗਿਆ। ਚੁਗਿਰਦੇ ਭਾਵ ਹੌਲੀ ਹੌਲੀ ਫੈਲਦਿਆਂ ਚਾਰ ਛਪੇਰੇ ਇਹ ਡਰ ਪੈਦਾ ਹੋ ਗਿਆ ਹੈ। ਸਿੰਘਨ ਕੋ ਸੰਗਰ ਲਗ ਗਾਡੋ ਕੌਣ ਸੁਭਾਟ ਆਗੇ ਹੋਏ ਠਾਂਡੋ। ਬਈ ਸਿੰਘਾਂ ਦਾ ਜੰਗ ਬੜਾ ਭਿਆਨਕ ਹੁੰਦਾ ਹੈ, ਇਹਨਾਂ ਦੀ ਅੱਗੇ ਕੋਈ ਨਹੀਂ ਅੜ ਸਕਦਾ, ਇਹ ਬੜੇ ਯੋਧੇ ਹਨ। ਇਸ ਕਰਕੇ ਹੁਣ ਤੁਰਕ ਤੇ ਹਿੰਦੂ ਜਿਹੜੇ ਲੱਗਦੇ ਸਨ ਖਾਲਸਾ ਪੰਥ ਨਾਲ ਉਹ ਡਰਨ ਲੱਗੇ ਜੇ। ਫੰਗਣ ਕੋ ਕਰ ਹਿਲਾ ਉਪਰ ਪਰ ਰੇੜ ਅਰਬਿਲਾ। ਔਰ ਗੱਲਾਂ ਕਰਦੇ ਆਏ ਤਾਂ ਹਮਲਾ ਕਰਕੇ ਬੰਦੂਕਾਂ ਲੈ ਕੇ ਐਸਾ ਹੱਲਾ ਕਰਦੇ ਐ ਰੇਲ ਪੇਲ ਕਰ ਦਿੰਦੇ ਹਨ। ਆਪ ਤੇ ਡਰ ਧਾਰ ਗ੍ਰਾਮ ਬਿਸਾਲਾ ਸੰਗਤ ਕੋ ਨਾਮ ਕਹਿ ਕਿਸ ਕਾਲਾ। ਹੁਣ ਲੋਕਾਂ ਦੇ ਅੰਦਰੇ ਡਰ ਪੈਦਾ ਹੋ ਗਿਆ ਵੀ ਜਿਹੜੀ ਸੰਗਤ ਗੁਰੂ ਕੀ ਆਉਂਦੀ ਆਸੇ ਪਾਸੇ ਤੋਂ ਉਹਨੂੰ ਕੁਛ ਨਾ ਕਿਹਾ ਜਾਵੇ। ਇਹਨਾਂ ਦਾ ਜਿਹੜਾ ਪੀਰ ਹੈ, ਇਹਨਾਂ ਦਾ ਜਿਹੜਾ ਗੁਰੂ ਹੈ ਬੜਾ ਬਲੀ ਹੈ। ਸੰਧਿਆ ਸਵੈ ਚਲੀ ਮਗ ਆਵੈ ਦੁਸ਼ਟ ਮਿਲ ਹੈ ਕੋ ਹਾਥ ਨਾ ਪਾਵੈ। ਹੁਣ ਸੰਗਤ ਨਿਰਭਉ ਹੋ ਗਈ ਹੈ। ਇਹ ਦੋਕ ਐਸੇ ਹਮਲੇ ਸਤਿਗੁਰਾਂ ਨੇ ਦੋਕ ਹੱਥ ਐਸੇ ਦਿਖਾਏ। ਆਲਸੂਣ ਪਿੰਡ ਅਤੇ ਬਜਰੂੜ ਪਿੰਡ ਦੇ ਵਿੱਚ ਗੁਰੂ ਪਿਆਰਿਓ ਹੁਣ ਸੰਗਤ ਦਿਨੇ ਆਵੇ ਰਾਤ ਨੂੰ ਆਵੇ ਕੋਈ ਸੰਗਤ ਵੱਲ ਹੱਥ ਨਹੀਂ ਕਰ ਸਕਦਾ। ਰਤਨੇ ਆਲਸੂਣ ਕਹੁ ਮਾਰਾ ਨਹੁ ਬਜਰੂੜ ਬਹੁਰ ਸੰਘਾਰਾ। ਜਿਵੇਂ ਪਹਿਲਾਂ ਸਤਿਗੁਰਾਂ ਨੇ ਆਲਸੂਣ ਨਗਰ ਦੇ ਰੰਗੜਾਂ ਨੂੰ ਸਬਕ ਸਿਖਾਇਆ ਸੀ, ਫਿਰ ਨੋਹ ਪਿੰਡ ਦੇ ਲੋਕਾਂ ਨੇ ਵੀ ਸੰਗਤਾਂ ਨੂੰ ਲੁੱਟਿਆ ਸੀ, ਫਿਰ ਬਜਰੂੜ ਵਾਲੇ ਪਿੰਡ ਵਾਲਿਆਂ ਨੇ ਲੋਕਾਂ ਨੇ ਰੰਗੜਾਂ ਨੇ ਸੰਗਤ ਨੂੰ ਲੁੱਟਿਆ। ਪਾਤਸ਼ਾਹ ਜੀ ਨੇ ਇਹਨਾਂ ਨੂੰ ਤੁਰਤ ਜਾ ਕੇ ਸਬਕ ਸਿਖਾਇਆ ਜਦੋਂ, ਬਸ ਉਸ ਤੋਂ ਬਾਅਦ ਬਾਕੀ ਲੋਕ ਡਰਨ ਲੱਗੇ ਜੇ। ਜੋ ਅਬ ਸੰਗਤ ਕੋ ਕਰ ਪਾਵੈ ਤਿਨ ਮਾਨੰਦ ਆਪ ਉਜਰਾਵੈ। ਔਰ ਫਿਰ ਤਾਂ ਇਹ ਗੱਲਾਂ ਕਰਦੇ ਆ ਜਿਹੜਾ ਗੁਰੂ ਦੀਆਂ ਸੰਗਤਾਂ ਨੂੰ ਹੱਥ ਪਾਊਗਾ ਉਹ ਆਪਣੀਆਂ ਜੜ੍ਹਾਂ ਆਪ ਪਟੋਗਾ। ਦਿਨੁ ਬਣ ਜਾਏ ਮਰਨ ਹੋਏ ਪੁਨ ਘਰ ਉਜਰਾਏ। ਇਹ ਖਾਲਸਾ ਪੰਥ ਐਸਾ ਹੈ, ਲੈਣੇ ਦੇ ਦੇਣੇ ਪੈ ਸਕਦੇ ਆ। ਇਹ ਤਾਂ 21 ਨੂੰ 31 ਪਾ ਕੇ ਪਿੱਛੇ ਹਟਦਾ, ਫਿਰ ਮਰਨ ਮੰਡ ਕੇ ਜਿਹੜਾ ਸੰਗਤ ਨੂੰ ਹੱਥ ਪਾਵੇਗਾ ਉਹਨਾਂ ਦੇ ਘਰ ਉਜਾੜ ਦਿੰਦਾ ਹੈ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਹਠੀਲਾ ਕੌਣ ਅਰੈ ਤਿਨ ਸੰਗ ਹਰੀਲਾ। ਇਹਨਾਂ ਦਾ ਗੁਰੂ ਗੋਬਿੰਦ ਸਿੰਘ ਬੜਾ ਹੱਠੀ ਹੈ, ਉਸ ਦੇ ਅੱਗੇ ਕਿਹੜਾ ਅੜੀਅਲ ਅੜ ਸਕਦਾ ਹੈ। ਡਰ ਧਰ ਮਗ ਲੂਟਤ ਕੋ ਨਾਹੀ। ਇਉਂ ਲੋਕ ਹੁਣ ਗੁਰੂ ਕੇ ਇਹਨਾਂ ਹਮਲਿਆਂ ਤੋਂ ਡਰਨ ਲੱਗੇ ਔਰ ਸੰਗਤ ਨੂੰ ਕੁਛ ਵੀ ਕਹਿਣ ਤੋਂ ਡਰ ਕੇ ਪਿੱਛੇ ਹਟਦੇ ਹਨ। ਬਾਟ ਪਾਰ ਠਗ ਚੋਰ ਸੁਯਾਰ ਗਹਿ ਗਹਿ ਕਹਿ ਕੇ ਦੀਨੇ ਮਾਰ। ਔਰ ਸਤਿਗੁਰਾਂ ਨੇ ਧਾੜਵੀ ਠੱਗ ਲੁਟੇਰੇ ਚੋਰ ਯਾਰ ਆਦਿ ਜਿਹੜੇ ਗਲਤ ਲੋਕ ਸਨ, ਜਿਵੇਂ ਜਿਵੇਂ ਸਤਿਗੁਰਾਂ ਨੂੰ ਪਤਾ ਲੱਗਦਾ ਉਹਨਾਂ ਨੂੰ ਖਤਮ ਕਰ ਦਿੰਦੇ ਜਾਂ ਫਿਰ ਕੈਦ ਕਰ ਲੈਂਦੇ ਜੀ। ਕੇ ਦੋਸਤ ਤੇਜ ਗੁਰ ਹੀਰਾ ਭਏ ਸਾਥ ਜਿਤ ਕਿਤ ਤਿਸ ਬੀਰਾ। ਇਉਂ ਸਤਿਗੁਰਾਂ ਦਾ ਤੇਜ ਪ੍ਰਤਾਪ ਦੇਖ ਕਰਕੇ ਗੁਰੂ ਪਿਆਰਿਓ ਸਾਰੇ ਪਾਸੇ ਸ਼ਾਂਤੀ ਫੈਲ ਗਈ ਹੈ। ਇੱਕ ਵਾਰ ਮਹਾਤਮਾ ਗਾਂਧੀ ਨੇ ਕਿਤੇ ਕਿਸੇ ਭਾਸ਼ਣ ਵਿੱਚ ਸਟੇਜ ਤੇ ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਬਾਬੇ ਨਾਨਕ ਦੇ 10ਵੇਂ ਗੁਰੂ ਹੋਏ ਆ ਉਹ ਤਾਂ ਭੁਲੱਕੜ ਗੁਰੂ ਸਨ। ਐਵੇਂ ਹੀ ਸ਼ਾਸਤਰ ਚੱਕੀ ਤੁਰੇ ਫਿਰਦੇ ਰਹੇ। ਪਿਆਰ ਨਾਲ ਸ਼ਾਂਤੀ ਲਿਆਂਦੀ ਜਾ ਸਕਦੀ ਹੈ। ਤੇ ਗੁਰੂ ਪਿਆਰਿਓ ਫਿਰ ਇਸ ਦਾ ਜਵਾਬ ਗਿਆਨੀ ਦਿੱਤ ਸਿੰਘ ਜੀ ਹੋਏ, ਉਹਨਾਂ ਨੇ ਫਿਰ ਜਾ ਕੇ ਮਹਾਤਮਾ ਗਾਂਧੀ ਨੂੰ ਮਿਲਣਾ ਕੀਤਾ ਔਰ ਮੇਲ ਮਿਲਾਪ ਹੋਇਆ ਔਰ ਲੱਗੀ ਸਟੇਜ ਦੇ ਉੱਤੇ ਜਾ ਕੇ ਉਹਨੂੰ ਮਿਲਣਾ ਕੀਤਾ ਤੇ ਉਹਨੂੰ ਜਾ ਕੇ ਪੁੱਛਿਆ ਵੀ ਹੁਣ ਤੂੰ ਐਂ ਦੱਸ ਵੀ ਜਿਹੜਾ ਪਿਛਲੀ ਇੱਕ ਸਟੇਜ ਤੇ ਤੂੰ ਦੇ ਕੇ ਆਇਆ ਭਾਸ਼ਣ ਵੀ ਗੁਰੂ ਗੋਬਿੰਦ ਸਿੰਘ ਭੁਲੱਕੜ ਗੁਰੂ ਸੀ, ਐਵੇਂ ਸ਼ਾਸਤਰ ਚੱਕ ਕੇ ਲੜਾਈਆਂ ਕਰਦੇ ਫਿਰੇ,
ਕਿਉਂ ਕਿਹਾ? ਕਹਿੰਦੇ ਹੋਰ ਕੀ ਹੈ, ਸ਼ਾਂਤੀ ਪਿਆਰ ਨਾਲ ਵੀ ਲਿਆਂਦੀ ਜਾ ਸਕਦੀ ਹੈ। ਕਿ ਆਜ਼ਾਦੀ ਮਹਾਤਮਾ ਗਾਂਧੀ ਲੈ ਕੇ ਆਇਆ, ਸ਼ਹੀਦ ਭਗਤ ਸਿੰਘ ਹੋਰਿਆਂ ਨੇ ਲੜ ਕੇ ਲਿਆਂਦੀ ਆ, ਨਹੀਂ ਤਾਂ ਕਿੱਥੇ ਆਜ਼ਾਦੀ ਆਉਂਦੀ ਸੀ। ਤਾਂ ਗੁਰੂ ਪਿਆਰਿਓ, ਖੈਰ ਮਹਾਤਮਾ ਗਾਂਧੀ ਨੇ ਫਿਰ ਅੱਗੇ ਕਿਹਾ ਹੋਰ ਕੀ ਹੈ? ਤਾਂ ਗਿਆਨੀ ਦਿੱਤ ਸਿੰਘ ਜੀ ਕਹਿੰਦੇ ਤੁਸੀਂ ਗੀਤਾ ਨੂੰ ਕੀ ਮੰਨਦੇ ਹੋ? ਕਹਿੰਦੇ ਗੀਤਾ ਸਾਡੀ ਮਾਤਾ ਹੈ। ਅੱਛਾ, ਤੇ ਗੀਤਾ ਇਹ ਲਿਖੀ ਕਿੱਥੇ ਗਈ ਆ? ਸੱਚ ਤਾਂ ਸਾਹਮਣੇ ਆ ਗਿਆ, ਕੁਰਸ਼ੇਤਰ ਦੇ ਮੈਦਾਨ ਵਿੱਚ ਲਿਖੀ ਗਈ ਆ, ਕੁਰਸ਼ੇਤਰ ਦੇ ਜੰਗ ਵਿੱਚ ਲਿਖੀ ਗਈ ਆ ਗੀਤਾ। ਕਿਉਂ ਉਚਾਰਨ ਕੀਤੀ, ਕਿਹਨੇ ਉਚਾਰਨ ਕੀਤੀ? ਹੁਣ ਆਪਣੀਆਂ ਗੱਲਾਂ ਦਾ ਜਵਾਬ ਤੂੰ ਹੀ ਦੇ। ਕਹਿੰਦੇ ਉਸ ਵੇਲੇ ਮਹਾਤਮਾ ਗਾਂਧੀ ਨੂੰ ਕਹਿਣਾ ਪਿਆ ਕਿ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਆ। ਕੀ ਉਪਦੇਸ਼ ਆ ਉਹਦੇ ਵਿੱਚ? ਉਹਦੇ ਵਿੱਚ ਅਰਜਨ ਨੂੰ ਉਪਦੇਸ਼ ਦਿੱਤਾ ਗਿਆ ਵੀ ਤੈਨੂੰ ਸ਼ਾਸਤਰ ਚੱਕਣੇ ਚਾਹੀਦੇ ਆ, ਆਪਣੇ ਹੱਕ ਵਾਸਤੇ ਲੜਾਈ ਕਰਨੀ ਚਾਹੀਦੀ ਹੈ। ਫਿਰ ਉਹਨੂੰ ਸ਼ਾਸਤਰ ਚਕਵਾਏ, ਕਹਿੰਦੇ ਹਾਂ। ਫਿਰ ਜੰਗ ਹੋਇਆ, ਕਿੰਨੇ ਲੋਕ ਮਾਰੇ ਗਏ, ਕਾਹਦੇ ਵਾਸਤੇ? ਆਪਣੇ ਹੱਕ ਲੈਣ ਵਾਸਤੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਭੁਲੱਕੜ ਗੁਰੂ ਕਿਵੇਂ ਕਹਿ ਸਕਦਾ ਤੂੰ? ਤੇਰਾ ਕ੍ਰਿਸ਼ਨ ਵੀ ਸ਼ਾਸਤਰ ਚੱਕਦਾ ਹੈ, ਰਾਮਚੰਦਰ ਵੀ ਜਿਹੜਾ ਹੈ ਉਹ ਵੀ ਸ਼ਾਸਤਰਾਂ ਨਾਲ ਲੜਾਈ ਕਰਦਾ ਹੈ, ਫਿਰ ਉਹ ਵੀ ਭੁਲੱਕੜ ਹੋਏ। ਫਿਰ ਉੱਥੇ ਗੁਰੂ ਪਿਆਰਿਓ ਕਹਿੰਦੇ ਮਹਾਤਮਾ ਗਾਂਧੀ ਨੂੰ ਜਿਹੜਾ ਹੈ ਉੱਥੇ ਮਾਫੀ ਮੰਗਣੀ ਪਈ ਕਿ ਮੈਂ ਗਲਤ ਹਾਂ। ਇਹਦਾ ਮਤਲਬ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਸਤਰ ਚੱਕੇ। ਅਗਰ ਜੇ ਦੁਸ਼ਮਣ ਦੀ ਤਲਵਾਰ ਹੈ ਤੇ ਗੁਰੂ ਸਾਹਿਬ ਨੇ ਆਪਣੀ ਤਲਵਾਰ ਢਾਲ ਵਾਸਤੇ ਚੱਕੀ ਹੈ, ਨਾ ਕਿ ਦੁਸ਼ਮਣ ਦੇ ਮਾਰਨ ਵਾਸਤੇ। ਔਰ 14 ਜੰਗਾਂ ਵੱਡੀਆਂ ਤੇ 3 ਛੋਟੀਆਂ। ਆ ਛੋਟੀਆਂ ਜੰਗਾਂ ਬਜਰੂੜ ਵਾਲੀਆਂ 3 ਜੰਗਾਂ, ਨੋਹ, ਬਜਰੂੜ ਅਤੇ ਆਲਸੂਣ ਦੀਆਂ। ਇਹਨਾਂ 17 ਜੰਗਾਂ ਦੇ ਵਿੱਚ ਕਿਤੇ ਵੀ ਗੁਰੂ ਸਾਹਿਬ ਨੇ ਪਹਿਲਾਂ ਜਾ ਕੇ ਹਮਲਾ ਨਹੀਂ ਕੀਤਾ। ਗੁਰੂ ਪਿਆਰਿਓ, ਜਦੋਂ ਚੜ੍ਹ ਕੇ ਆਇਆ ਦੁਸ਼ਮਣ, ਫਿਰ ਉਹਦਾ ਮੁਕਾਬਲਾ ਕੀਤਾ, ਉਹਨੂੰ ਜਵਾਬ ਦਿੱਤਾ ਹੈ ਕੋ ਕਿसी को राज न दे है, जो ले है निज बल पर ले है, शास्त्रन के अधीन है राज। फिर अपनिया भारत दीयां फौजां ते चीन दीयां फौजां होर देशां दीयां फौजां लड़ाई करन नूं तैयार है। किन्ने नवें तरीके दे एटम बंब शास्त्र जहाज चक्की फिरदे है। फिर उत्थे भी शांति की लोड़, शांति नाल गलबात करके निबेड़ लैण, पर नहीं निबड़दी। बथेरी शांति वार्ता कर करके देख लई है, पर दुश्मन फिर ना फिर कोई चुकचुंदर छड़ दिंदा है तो फिर लड़ाई के असार बन जाते हैं। इस करके गुरु प्यारिओ, शास्त्र चकना कोई गलत नहीं है। जदों कोई कहता हक ना मोड़े, चौंकार अज हम हीलते दर गुजाश्त, हलाल अस्त बुरदन बा शमशीर दरस्त। जदों कोई हथ बन्निया ना मने, मूँह नाल समझाया ना मने, फिर तलवार चकनी जायज़ हुंदी है। इस करके खालसा पंथ नूं साजना पिया, क्योंकि संसार दे विच ऐसे जालम लोग बढ़ चुके सन। जिमें औरंगजेब भारत वर्ष के लोगों को मुसलमान बनाउण नूं फिरदा सी, उहनूं रोकण वास्ते सतगुरां ने 10वें पातशाह जी ने अपने पिता तेग बहादुर जी नूं भेजिया दिल्ली दे विच। इसे तरह ही गुरु प्यारिओ, जदों ये पहाड़ीए लोग सतगुरां ते चढ़ के आ गए तो फिर वो हिंदू हन। और इन्हां दे बुढ़ियां नूं, इन्हां दे बजुर्गां नूं, इन्हां दे दादियां परदादियां नूं धन गुरु हरगोबिंद साहब जी किसी वेले कृपा करके ग्वालियर के किले चों कढ़ के लियाए, जिन्हां ने उत्थे सड़ना मरना गलना सीगा, उत्थे कैद चों छुटाना नहीं सीगा। जेड़े अंदर मर जाते कैदी चक के सिट देंदे, पर जहांगीर ने छड़ने नहीं सन। जिन्हां दीयां जमीनां खो के गुरु प्यारो जहांगीर वर्गियां ने कैद किए हुए सी राजे, इन्हां राजियां नूं छड़ाया ही नहीं। जहांगीर दे कोल लिया करके उन्हां तों उन्हां दे राज वापस दवाए, उन्होंने उतों के फिर राजे थापिया गया। तो अज उन्होंने विचों ही जेडे उन्होंने अगल जमे हुए पुत पोतरे परदादे दादियां दे गुरु प्यारे, उन्होंने सतगुरां नाल लड़ाई करनी शुरू की। पातशाह जी ने खालसा पंथ नूं चढ़दी कला लिजाण वास्ते फिर ये सारा कुछ सिखाउणा शुरू किया। ठग्गा चोरा गुरु प्यारे यारां नूं, पुठे सीधे बंदियां नूं फिर कैद करना शुरू किया, जां फिर उन्हां नूं मारना शुरू किया। इउं दुष्ट जेड़ा सीगा हुण दुबक गया। गुरु दा प्रताप देख के हुण सारे पासे शांति रहन लगे है। पंथी सुख सो मार्ग चले, गृहस्थी मनुज आनंद सो मिले। हुण जेड़ा रस्ते विच जाण वाला राहगीरी जिन्हां नूं लुट लैंदे सी लोग, पंथी हुंदा है रस्ते ते चलण वाला राही। कोई वेले क वेले इधरों तुरिया उधर जाना, राह विच रात पै गई, पहला राह च ही लुट लैंदे मार दिंदे।
पर हुण गुरु प्यारिओ उन्हां राहियां नूं भी खतरा खत्म हो गया। सुख नाल जांदे है, कोई उन्हां दे सामने नहीं आउंदा। गृहस्थी मनुख भी सुखी वसन लगे जे। कलगी धार को देत आशीष, करो राज जीव हो जगदीश। और हुण ਉਹ ਲੋਕ ਜਿਹੜੇ ਕਿ ਠੱਗਾਂ ਚੋਰਾਂ ਦੇ ਜ਼ੁਲਮ ਤੋਂ ਬਚਣ ਲੱਗੇ, ਉਹ ਹੁਣ ਜਦੋਂ ਐਸਾ ਸਮਾਂ ਯਾਦ ਆਉਂਦਾ ਤੇ ਕਹਿੰਦੇ ਆ ਧੰਨ ਹੈ ਗੁਰੂ ਕਲਗੀਧਰ ਪਾਤਸ਼ਾਹ, ਇਹ ਤਾਂ 20 ਯੁੱਗ ਯੁਗਾਂ ਯੁਗਾਂਤਰਾਂ ਤੱਕ ਰਾਜ ਇਹਨਾਂ ਦਾ ਚੱਲਦਾ ਰਵੇ। ਅੱਜ ਜਿਵੇਂ ਕਰੋਨਾ ਕਰਕੇ ਜਦ ਲੰਗਰ ਚੱਲੇ ਤੇ ਜ਼ਿਆਦਾਤਰ ਗੁਰੂ ਕੀਆਂ ਫੌਜਾਂ ਨੇ ਇਸ ਮੋਰਚੇ ਨੂੰ ਸੰਭਾਲਿਆ। ਲੋੜਵੰਦਾਂ ਦੀਆਂ ਗਰੀਬਾਂ ਦੀਆਂ ਮਦਦਾਂ ਰਲ ਮਿਲ ਕੇ ਕੀਤੀਆਂ ਸਾਰੇ ਦੇਸ਼ਾਂ ਦੇ ਵਿੱਚ। ਅੱਜ ਉਹ ਸਾਰੇ ਦੇਸ਼ ਵੀ ਕਹਿੰਦੇ ਹੈ ਇਹੋ ਜਿਹੇ ਗੁਰੂ ਘਰ ਤਾਂ ਫਿਰ ਸਾਰੇ ਦੇਸ਼ਾਂ 'ਚ ਹੀ ਹੋਣੇ ਚਾਹੀਦੇ ਹੈ। ਤੇ ਉਸ ਵੇਲੇ ਕਹਿੰਦੇ ਸੀ ਇਹੋ ਜਿਹਾ ਗੁਰੂ ਕਲਗੀਧਰ ਪਾਤਸ਼ਾਹ ਤਾਂ 20 ਯੁੱਗ ਭਾਵ ਯੁਗਾਂ ਯੁਗਾਂਤਰਾਂ ਤੱਕ ਰਹੇ। ਸਗਰੀ ਦੂਣ ਤਰਾਸ ਕੋ ਪਾਇਓ, ਜਬਰੀ ਕਰਨ ਨਾ ਹਾਥ ਉਠਾਇਓ। ਹੁਣ ਦੂਣ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕ, ਦੂਣ ਜਿਹੜਾ ਹੈ ਇਲਾਕਾ ਉਹ ਅਨੰਦਪੁਰ ਸਾਹਿਬ ਦਾ ਇਲਾਕਾ ਹੈ। ਜਿਹੜੇ ਪਹਾੜੀ ਰਾਜੇ ਹਨ ਇਹ ਦੂਣ ਦੇ ਇਲਾਕੇ ਵੱਜਦੇ ਹਨ। 22 ਧਾਰਾਂ 22 ਨਦੀਆਂ ਵਗਦੀਆਂ ਛੋਟੀਆਂ। ਉਹਨਾਂ ਨਦੀਆਂ ਉੱਤੇ ਜਿੰਨਾ ਜਿੰਨਾ ਰਾਜ ਹੈ ਕਿਸੇ ਦਾ ਉਹਨੂੰ ਕਹਿੰਦੇ ਹਨ 22 ਧਾਰ ਦਾ ਰਾਜ। ਜਿਵੇਂ ਇੱਕ ਸ਼੍ਰੀਨਗਰ ਦਾ ਰਾਜਾ ਫਤਿਹ ਸ਼ਾਹ ਹੋਇਆ, ਇਵੇਂ ਜਿਵੇਂ ਭੀਮ ਚੰਦ ਹੋਇਆ ਕਹਿਲੂਰ ਦਾ ਰਾਜਾ, ਇਹ 22 ਰਾਜੇ ਸਨ ਪਹਾੜੀਏ। ਇਹ ਦੂਣ ਦੇ ਵਿੱਚ ਕੁਝ ਰੰਗੜ ਲੋਕ, ਗੁੱਜਰ ਲੋਕ, ਲੁਟੇਰੇ ਵੀ ਸਨ। ਹੁਣ ਸਾਰੇ ਸੰਗਤਾਂ ਨੂੰ ਹੱਥ ਪਾਉਣ ਤੋਂ ਡਰਨ ਲੱਗੇ, ਜਬਰੀ ਕਰਨ ਤੋਂ, ਧੱਕਾ ਕਰਨ ਤੋਂ ਡਰਨ ਲੱਗੇ ਹਨ। ਧਰਮ ਕੀ ਨੀਵ ਉਸਾਰੇ, ਪਰਸੇ ਉਸ ਜਸ ਕਿਥੋਂ ਫੁਰਵਾਰੇ। ਵਾਕਿਆ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰੀ ਕਲਯੁਗ ਦੇ ਵਿੱਚ ਸਤਜੁਗ ਵਰਤਾ ਦਿੱਤਾ ਹੈ ਔਰ ਗੁਰੂ ਪਿਆਰਿਓ ਧਰਮ ਦੀ ਨਿਉ ਰੱਖ ਦਿੱਤੀ ਹੈ। ਔਰ ਹੁਣ ਸੰਸਾਰ ਜਿਹੜਾ ਹੈ ਫੁੱਲਾਂ ਦੀ ਬਗੀਚੀ ਵਾਂਗੂ ਖੇਡਣ ਲੱਗਿਆ ਜੀ। ਸੰਗਤ ਦੂਰ ਦੂਰ ਤੇ ਆਵੇ, ਅਜਬ ਉਪਾਇ ਨਾ ਅਣਗਣ ਰਿਆਵੇ। ਔਰ ਸਿੱਖ ਸੰਗਤਾਂ ਤਾਂ ਲਗਾਤਾਰ ਆਉਂਦੀਆਂ ਹੀ ਰਹਿੰਦੀਆਂ ਹਨ। ਪਹਿਲੇ ਪਾਤਸ਼ਾਹ ਤੋਂ ਲੈ ਕੇ ਹੀ ਸਿੱਖ ਸੰਗਤ ਜਿੰਨੀ ਜੁੜਦੀ ਜਾਂਦੀ ਆ, ਉਹ ਜਿੱਥੇ ਜਿੱਥੇ ਗੁਰੂ ਹੁੰਦਾ ਉੱਥੇ ਪਹੁੰਚਦੇ ਆ। ਬੇਅੰਤ ਭੇਟਾਵਾਂ ਲੈ ਕੇ ਸੰਗਤ ਗੁਰੂ ਕੋਲ ਆਉਣ ਲੱਗੇ ਜੇ। ਪਰ ਹੈ ਕੇਸ ਕਛ ਪਹਿਰ ਹੈ ਜੀ, ਰਹਿ ਸਮੀਪ ਪ੍ਰਭੂ ਤੇ। ਔਰ ਬਹੁਤ ਸਾਰੇ ਸਿੱਖ ਜਿਹੜੇ ਹਨ ਸਿੰਘ ਸਜ ਗਏ ਹਨ, ਕੇਸ ਦਾੜੇ ਰੱਖ ਲਏ, ਕਸ਼ਹਿਰਾ ਪਾਉਂਦੇ ਹਨ, ਪੰਜ ਕਕਾਰੀ ਹੋਣ ਲੱਗੇ ਔਰ ਬਹੁਤੇ ਗੁਰੂ ਕੋਲ ਵੀ ਰਹਿਣ ਲੱਗੇ ਜੇ। ਜੋ ਆਵਤ ਹੈ ਦਰਸ਼ਨ ਹੇਤ, ਤੈਨ ਉਪਦੇਸ਼ ਤਿਸੀ ਬੁੱਧ ਦੇਤ। ਔਰ ਜਦੋਂ ਸਿੱਖ ਸੰਗਤਾਂ ਦਰਸ਼ਨਾਂ ਵਾਸਤੇ ਆਉਂਦੀਆਂ, ਜਿਹੋ ਜਿਹਾ ਕਿਸੇ ਨੂੰ ਗਿਆਨ ਦੀ ਲੋੜ ਹੁੰਦੀ ਸਤਿਗੁਰੂ ਉਹਨੂੰ ਉਹੇ ਜਿਹਾ ਗਿਆਨ ਉਪਦੇਸ਼ ਬਖਸ਼ਦੇ ਹਨ। ਕੇਸ ਕਛ ਪਹਿਰ ਹੈ ਜੀ, ਰਹਿ ਸਮੀਪ ਪ੍ਰਭੂ ਤੇ। ਇਸ ਤਰ੍ਹਾਂ ਸਤਿਗੁਰੂ ਖਾਸ ਕਰਕੇ ਇਹ ਗੱਲ ਜ਼ਰੂਰ ਕਹਿੰਦੇ ਹਨ, ਧਰ ਕਛ ਕੇ ਸ਼ਸਤਰ ਤਨ ਬਾਂਧੋ, ਲਓ ਵੀ ਹੁਣੇ ਪੰਜ ਕਕਾਰ ਪਹਿਨ ਲਓ। ਅੱਜ ਤੋਂ ਬਾਅਦ ਕੇਸ ਦਾੜਾ ਕੱਟਣਾ ਬੰਦ ਕਰ ਦਿਓ। ਜਿੱਧਰ ਵੀ ਜਾਣਾ ਸ਼ਸਤਰ ਹੱਥ 'ਚ ਹੋਣਾ ਚਾਹੀਦਾ, ਸ਼ਸਤਰ ਧਾਰੀ ਹੋ ਕੇ ਚੱਲੋ ਔਰ ਪੰਜ ਕਕਾਰੀ ਹੋਵੋ ਔਰ ਤੁਰਕਾਂ ਨੂੰ, ਜ਼ੁਲਮ ਕਰਨ ਵਾਲਿਆਂ ਨੂੰ ਸਾਧਨਾ ਕਰੋ, ਭਾਵ ਖਤਮ ਕਰੋ। ਜੇ ਕਰ ਆਯੁਧ ਹੋਵਤ ਪਾਸ, ਹਾਥ ਨਾ ਪਾਏ ਸਕੈ ਰਿਪਤਾਸ। ਜੇ ਸਾਡੇ ਕੋਲ ਸ਼ਸਤਰ ਹੋਵੇ, ਚਾਹੇ ਵਰਸ਼ਾ ਹੋਵੇ, ਚਾਹੇ ਤਲਵਾਰ ਹੋਵੇ, ਸਾਨੂੰ ਸ਼ਸਤਰ ਧਾਰੀ ਹੋਣਾ ਚਾਹੀਦਾ। ਜੇ ਹੱਥ ਵਿੱਚ ਸ਼ਸਤਰ ਹੋਵੇ ਤੇ ਦੁਸ਼ਮਣ ਨੇੜੇ ਆਉਣ ਤੋਂ ਡਰਦਾ ਹੈ। ਸ਼ਸਤਰਨ ਕੋ ਆਦਿਕ ਪ੍ਰਤਾਪ, ਨਿਵੈ ਜਗਤ ਜਨ ਹਵੈ ਤ੍ਰਿਤ ਆਪੂ। ਸ਼ਸਤਰਾਂ ਦਾ ਬੜਾ ਪ੍ਰਤਾਪ ਹੈ ਸਿੱਖੋ, ਕਦੇ ਵੀ ਖਾਲੀ ਹੱਥ ਨਾ ਚੱਲੋ, ਸ਼ਸਤਰ ਕੋਲ ਰੱਖੋ ਹਮੇਸ਼ਾ। ਸਰਬ ਲੋਕ ਕੀ ਰੱਛਾ ਹਮਨੈ, ਸਰਬ ਕਾਲ ਜੀ ਕੀ ਰੱਛਾ ਹਮਨੈ। ਸਰਬ ਲੋਕ ਦਾ ਮਤਲਬ ਹੈ ਸ਼ਸਤਰ, ਤੇ ਸਰਬ ਲੋਕ ਪਰਮੇਸ਼ਰ ਵੀ ਹੈ ਜੋ ਸਾਰਿਆਂ ਵਿੱਚ ਸਮਾਇਆ ਹੋਇਆ। ਇਸ ਕਰਕੇ ਜਿੱਥੇ ਉਸ ਪਰਮੇਸ਼ਰ ਦੀ ਸਾਨੂੰ ਰਕਸ਼ਾ ਹੈ,
ਉੱਥੇ ਸਾਨੂੰ ਸ਼ਾਸਤਰ ਦੀ ਵੀ ਰੱਖਿਆ ਹੈ। ਸਰਬ ਲੋਹ ਜੀ ਕੀ ਰੱਛਾ ਹਮਨੇ, ਸਰਬ ਕਾਲ ਜੀ ਕੀ ਰੱਛਾ ਹਮਨੇ। ਸਾਰੇ ਸਮੇਂ ਦੇ ਵਿੱਚ ਹਮੇਸ਼ਾ ਉਸ ਪਰਮੇਸ਼ਰ ਦੀ ਰਕਸ਼ਾ ਹੈ ਅਤੇ ਜਾਂ ਸ਼ਾਸਤਰ ਦੀ ਰਕਸ਼ਾ ਹੈ। ਤਲਵਾਰ ਦਾ ਇੱਕ ਨਾਮ ਹੈ ਸ੍ਰੀ ਸਾਹਿਬ। ਸ੍ਰੀ ਸਾਹਿਬ ਦਾ ਮਤਲਬ ਹੈ ਪਰਮੇਸ਼ਰ ਦਾ ਦੂਸਰਾ ਰੂਪ। ਸਾਹਿਬ ਪਰਮੇਸ਼ਰ ਹੈ ਅਤੇ ਸ੍ਰੀ ਇਹ ਤਲਵਾਰ, ਇਹਦਾ ਦੋਨਾਂ ਦਾ ਨਾਮ ਜੋੜ ਕੇ ਬਣ ਗਿਆ ਸ੍ਰੀ ਸਾਹਿਬ। ਇਹ ਪਰਮੇਸ਼ਰ ਦਾ ਅਤੇ ਤਲਵਾਰ ਦਾ ਇੱਕ ਜੋੜਾ ਹੈ। ਜਿਵੇਂ ਪਰਮੇਸ਼ਰ ਕਿਰਪਾ ਕਰਦਾ ਹੈ ਉਵੇਂ ਤਲਵਾਰ ਵੀ ਕਿਰਪਾ ਕਰਦੀ ਹੈ। ਇਸ ਕਰਕੇ ਇਸ ਨੂੰ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਪਹਿਲਾਂ ਸ਼ਾਸਤਰ ਨੂੰ ਸੰਭਾਲੋ, ਪਰਮੇਸ਼ਰ ਨੂੰ ਯਾਦ ਕਰੋ, ਸੁਰਤ ਨੂੰ ਇਕੱਠੀ ਕਰੋ। ਭਗਉਤੀ ਭਗਵੰਤ ਭਗਤ ਕਾ ਰੰਗ। ਜੋ ਭਗਤ ਭਗਤੀ ਕਰਦਾ ਹੈ, ਜਿਹੜਾ ਉਹਨੂੰ ਰੰਗ ਚੜ੍ਹਦਾ ਹੈ, ਉਹ ਵੀ ਉਹਦੀ ਭਗਉਤੀ ਹੈ, ਭਾਵ ਤਲਵਾਰ ਹੈ, ਸ਼ਕਤੀ ਹੈ। ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਭਾਈ ਰੂਪ ਚੰਦ ਹੋਰਾਂ ਨੂੰ ਇੱਕ ਬਖਸ਼ਿਸ਼ ਕੀਤੀ ਸੀ। ਉਹਨਾਂ ਨੇ ਘੋੜਾ, ਇੱਕ ਚੋਲਾ ਅਤੇ ਇੱਕ ਤਲਵਾਰ ਦੇ ਦਿੱਤੀ। ਲੈ ਵੀ ਸਿੱਖੋ, ਅੱਜ ਤੁਹਾਨੂੰ ਨਿਸ਼ਾਨੀ ਦਿੰਦੇ ਹਾਂ। ਉਹ ਗੁਰੂ ਪਿਆਰੋ ਬੜੇ ਪਿਆਰ ਵਾਲੇ ਸਿੱਖ ਸੀ। ਚੋਲਾ ਵੀ ਤਹਿ ਮਾਰ ਕੇ ਸਿਰ 'ਤੇ ਰੱਖ ਲਿਆ, ਤਲਵਾਰ ਵੀ ਸਿਰ 'ਤੇ ਰੱਖ ਲਈ ਅਤੇ ਘੋੜੇ ਦੀਆਂ ਵਾਂਗਾਂ ਫੜ ਕੇ ਤੁਰ ਪਏ। ਕਿਸੇ ਦੂਜੇ ਸਿੱਖ ਨੇ ਵੇਖ ਕੇ ਕਿਹਾ, ਮਹਾਰਾਜ ਤੁਸੀਂ ਸਿੱਖ ਨੂੰ ਸ਼ਾਸਤਰ ਪਹਿਨਣ ਲਈ ਦਿੱਤੇ ਅਤੇ ਇਹਨੇ ਸਿਰ 'ਤੇ ਰੱਖ ਲਏ, ਘੋੜਾ ਵੀ ਇਹਨਾਂ ਨੇ ਜਿਹੜਾ ਹੈ ਚੜ੍ਹਨਾ ਨਹੀਂ ਕੀਤਾ। ਪੁੱਛਿਆ ਰੋਕ ਕੇ ਰੂਪ ਚੰਦ, ਦੇ ਘੋੜਾ ਤੁਹਾਨੂੰ ਚੜ੍ਹਨ ਦਿੱਤਾ ਸੀਗਾ, ਸ਼ਾਸਤਰ ਪਹਿਨਣ ਦਿੱਤੇ ਸਨ? ਉਹ ਕਹਿਣ ਲੱਗੇ, ਨਾ ਮਹਾਰਾਜ, ਇਹ ਤੁਹਾਡੇ ਪਹਿਨੇ ਹੋਏ ਸ਼ਾਸਤਰ ਅਸੀਂ ਪੂਜਾਂਗੇ, ਸਤਿਕਾਰਯੋਗ ਹੈ, ਮੈਂ ਘਰੇ ਰੱਖਾਂਗਾ ਸੰਭਾਲ ਦੇ ਨਾਲ। ਪਾਤਸ਼ਾਹ ਹੋਰ ਵੀ ਖੁਸ਼ ਹੋਏ ਦੀ ਸ਼ਰਧਾ ਦੇਖ ਕੇ। ਕਹਿਣ ਲੱਗੇ, ਚੰਗਾ ਫਿਰ ਅੱਜ ਤੋਂ ਤੁਹਾਡੀ ਜਵਾਨ ਹੀ ਤਲਵਾਰ ਹੋਵੇਗੀ ਔਰ ਜੋ ਬੋਲੋਗੇ ਉਹ ਪੂਰਾ ਹੋਵੇਗਾ, ਸੋਚ ਕੇ ਬੋਲਿਓ। ਅੱਜ ਤੱਕ ਭਾਈ ਰੂਪੇ ਦੇ ਉਹਨਾਂ ਪਰਿਵਾਰਾਂ ਦੇ ਵਿੱਚ ਬਖਸ਼ਿਸ਼ ਚੱਲਦੀ ਆ ਰਹੀ ਹੈ। ਗੁਰੂ ਪਿਆਰਿਓ, ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰੂ ਪਾਤਸ਼ਾਹ ਕਹਿੰਦੇ ਸ਼ਾਸਤਰਾਂ ਦਾ ਬੜਾ ਪ੍ਰਤਾਪ ਹੈ, ਕਦੇ ਵੀ ਸ਼ਾਸਤਰਾਂ ਤੋਂ ਖਾਲੀ ਨਾ ਰਹੋ। ਇਹ ਸ਼ਾਸਤਰ ਹੀ ਸੰਸਾਰ ਨੂੰ ਤੁਹਾਡੇ ਅੱਗੇ ਨਿਵਾ ਸਕਦੇ ਹਨ। ਮਸੰਦ ਲੇਤੇ ਗੁਰਕਾਰ, ਸਿੱਖ ਆਪ ਅਨ ਹੈ ਦਰਬਾਰ। ਔਰ ਸ਼ਾਸਤਰਾਂ ਕਰਕੇ ਸੰਸਾਰ ਜਿਹੜਾ ਹੈ ਉਹਨਾਂ ਨੂੰ ਸਤਿਕਾਰ ਦਿੰਦਾ, ਝੁਕਦਾ ਭਾਵ ਸਤਿਕਾਰ ਵੀ ਦਿੰਦਾ ਹੈ। ਸ਼ਾਸਤਰ ਕਰਕੇ ਮਨੁੱਖ ਦੋਵਾਂ ਵਰਗਾ ਕੀ ਚਾਰਾਂ ਵਰਗਾ ਹੋ ਜਾਂਦਾ ਹੈ। ਜਿਵੇਂ ਕਿਸੇ ਮਨੁੱਖ ਦੇ ਕੋਲ ਗਾਤਰੇ ਪਿਸਤੌਲ ਪਾਇਆ ਹੋਵੇ ਅਤੇ ਕਵੇਲੇ ਜਾ ਰਿਹਾ ਅਤੇ ਉਸ ਨੂੰ ਬੜਾ ਹੀ ਧੀਰਜ ਹੈ ਕਿ ਮੇਰੇ ਕੋਲ ਪਿਸਤੌਲ ਹੈ, ਜੇ ਕੋਈ ਦੁਸ਼ਮਣ ਮੂਹਰੇ ਆਇਆ ਤਾਂ ਮੈਂ ਗੋਲੀ ਚਲਾਈ ਅਤੇ ਭੱਜ ਦੇਣਾ, ਕੋਈ ਸਤਨਾਮ ਸੀ। ਇਸ ਕਰਕੇ ਸ਼ਾਸਤਰ ਬੰਦੇ ਨੂੰ ਤਕੜਾ ਕਰਦਾ ਹੈ। ਨਹੀਂ ਰੀਤ ਕਲੰਗੀ ਧਾਰ ਕੀਨੀ, ਸਗਰੇ ਦੇਸ਼ ਬਦੇਛਣ ਚੀਨੀ। ਹੁਣ ਗੁਰੂ ਪਿਆਰਿਓ, ਮਸੰਦਾਂ ਦਾ ਤਾਂ ਲਗਭਗ ਖਾਤਮਾ ਹੀ ਕਰ ਦਿੱਤਾ। 10ਵੇਂ ਪਾਤਸ਼ਾਹ ਜੀ ਨੇ ਮਸੰਦਾਂ ਦਾ ਕੰਮ ਬੰਦ ਕਰ ਦਿੱਤਾ ਹੈ। ਸੰਗਤ ਨੂੰ ਡਾਇਰੈਕਟ ਜੋ ਭੇਟਾ ਲੈ ਕੇ ਆਉਣੀ ਆਪਣੇ ਹੱਥੀਂ ਲੈ ਕੇ ਆਓ। ਹੁਣ ਸਿੱਖ ਸੰਗਤਾਂ ਜੋ ਭੇਟਾ ਘਰੇ ਇਕੱਠੀ ਕਰਦੀਆਂ ਉਹ ਆਪਣੇ ਹੱਥੀਂ ਜਮ੍ਹਾਂ ਕਰਾਉਂਦੀਆਂ ਹਨ। ਸਮਾਂ ਬਤੀਤ ਹੁੰਦਾ ਗਿਆ, 1 ਸਾਲ ਬਤੀਤ ਹੋ ਗਏ ਹੈ। ਅਗਲਾ ਫਿਰ ਫੱਗਣ ਦਾ ਮਹੀਨਾ ਆਇਆ, ਭਾਵ ਹੋਲੇ ਮਹੱਲੇ ਦੇ ਦਿਨ ਆਏ ਹਨ। ਹੋਲਾ ਕਿਉ ਵਾਣ ਤਿਸ ਕਾਲਾ, ਗਿਆਨੀ ਧਿਆਨੀ ਸਿੱਖ ਵਿਸਾਲਾ। ਔਰ ਹੋਲਾ ਮਹੱਲੇ ਦੇ ਉੱਤੇ ਬਹੁਤ ਸਾਰੇ ਸਿੱਖ ਸੰਗਤਾਂ, ਸਿੰਘ, ਗਿਆਨੀ ਧਿਆਨੀ ਪਹੁੰਚੇ ਹਨ। ਮਿਲੇ ਪੁਲਾਹਲ ਅਦਬ ਪ੍ਰਕਾਸ਼ੇ, ਰਾਗ ਰੰਗ ਅਰ ਸਵਾਗਤ ਮਾਛੇ। ਇਉਂ ਆਨੰਦਪੁਰ ਸਾਹਿਬ ਬੜੀਆਂ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ। ਗੁਰੂ ਪਿਆਰਿਓ, ਰਾਗ ਰੰਗ ਭਾਵ ਗੁਰਮਤਿ ਗੁਰਬਾਣੀ ਗਾਈ ਜਾਣ ਲੱਗੀ। ਅਨੇਕਾਂ ਤਰ੍ਹਾਂ ਦੇ ਗੁਰੂ ਪਿਆਰਿਓ ਉਹ ਤਮਾਸ਼ੇ ਕਰਨ ਵਾਲੇ ਵੀ ਪਹੁੰਚ ਜਾਂਦੇ। ਅੱਜ ਵੀ ਆਪਾਂ ਦੇਖਦੇ ਹਾਂ, ਅੱਜ ਨਵੇਂ ਤਰ੍ਹਾਂ ਦੇ ਤਮਾਸ਼ੇ ਆ, ਚਲੋਲਾ ਫਿੱਟ ਕਰ ਲੈਣੀਆਂ, ਹੋਰ ਚੀਜ਼ਾਂ ਫਿੱਟ ਕਰ ਲੈਣੀਆਂ। ਇਉਂ ਹੋਲੇ ਮਹੱਲੇ 'ਤੇ ਬਹੁਤ ਇਕੱਠ ਹੋਇਆ ਹੈ। ਔਰ ਗੁਰੂ ਪਿਆਰਿਓ, ਸਾਰੀਆਂ ਸਿੱਖ ਸੰਗਤਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਂਦੀਆਂ ਹਨ।
ਔਰ ਅਨੇਕਾਂ ਦੇ ਤਰ੍ਹਾਂ ਦੇ ਵਿਧੀਆਂ ਤਮਾਸ਼ੇ ਬਣਾ ਬਣਾ ਕੇ ਸਤਿਗੁਰਾਂ ਦੇ ਕੋਲ ਵੀ ਆ ਕੇ ਵਿਖਾਉਣਾ ਕਰਦੇ ਹਨ। ਜਗਤ ਕਿਰਿਆ ਕੋ ਪ੍ਰਭੂ ਦਿਖੰਤੇ, ਹਰ ਕੋ ਸੋਖ ਨਾਨਾ ਬਿਰਤੰਤੇ। ਇਉਂ ਜਗਤ ਦੀ ਕਿਰਿਆ ਨੂੰ ਗੁਰੂ ਜੀ ਨੂੰ ਵਿਖਾਉਣਾ ਕਰਦੇ ਹਨ। ਭਾਵ ਗੁਰੂ ਸਾਹਿਬ ਦੇ ਕੋਲ ਆ ਕੇ ਕਈ ਤਮਾਸ਼ਾ ਕਰਨ ਵਾਲੇ, ਜਿਵੇਂ ਪਹਿਲਾਂ ਬੰਦੇ ਬੁੜੀਆਂ ਆਪ ਹੀ ਸਟੇਜ ਦੇ ਉੱਤੇ ਲੱਗ ਜਾਂਦੇ ਸਨ। ਪਿਛਲੇ ਸਮਿਆਂ ਦੇ ਵਿੱਚ ਜ਼ਿਮੀਂਦਾਰ ਦੇ ਉੱਤੇ ਬਹੁਤ ਸਮਾਰੇ ਨਾਟਕ ਖੇਡੇ ਗਏ ਗੁਰੂ ਪਿਆਰੋ, ਖੇਤੀਬਾੜੀ ਤੇ ਜ਼ਿਮੀਂਦਾਰ ਦੀ ਗਰੀਬੀ ਤੇ ਹੋਰ ਚੀਜ਼ਾਂ ਤੇ। ਤੋ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਉੱਥੇ ਨਾਟਕ ਕਰਨ ਵਾਲੇ ਆਉਂਦੇ ਤੇ ਸਤਿਗੁਰਾਂ ਦੇ ਕੋਲ ਵੀ ਉਹਨਾਂ ਤੋਂ ਬਖਸ਼ਾ ਲੈਣ ਵਾਸਤੇ ਕਰਨਾ ਕਰਦੇ ਜੇ। ਗੁਰੂ ਨਿਕਟ ਹੋਰੀ ਪਸਚਾਤ, ਸੰਗਤ ਕੇ ਸਿਖ ਬੁਲਹਿ ਬਾਤ। ਤਾਂ ਹੋਲੇ ਦੇ ਪਿੱਛੋਂ ਗੁਰੂ ਜੀ ਪਾਸ ਸੰਗਤਾਂ ਨੇ ਇੱਕ ਦਿਨ ਬੇਨਤੀ ਕੀਤੀ ਹੈ। ਪਾਤਸ਼ਾਹੋ ਸੁਣਿਆ ਇਸ ਬਾਰੀ, ਭਾ ਉਸ ਤਾਹਾ ਸਾਹ ਭਾਗ ਕੋ ਭਾਰੀ। ਤਾਂ ਗੁਰੂ ਪਿਆਰਿਓ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਐਤਕੀ ਹੋਲਾ ਮਹੱਲਾ ਤਾਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਪਰ ਸੰਗਤ ਵਿੱਚੋਂ 2 ਇਸਤਰੀਆਂ ਕਿਸੇ ਦੇ ਹੋਰ ਦੇ ਨਾਲ ਉੱਠ ਕੇ ਚਲੀਆਂ ਗਈਆਂ ਹਨ। ਸੰਗਤ ਵਿੱਚ ਤੇ ਸਿੱਖਣੀ ਦੋਏ, ਕਿਸੋ ਸੰਗ ਉਠ ਗਮਣੀ ਸੋਏ। 2 ਇਸਤਰੀਆਂ ਗਵਾਚ ਗਈਆਂ, ਕਿਸੇ ਦੇ ਨਾਲ ਚਲੀਆਂ ਗਈਆਂ ਹਨ। ਸ਼੍ਰੀ ਮੁਖ ਤੇ ਤਿਨ ਕੇ ਸੰਗ ਭਣੇ, ਮੇਲੇ ਇਸੀ ਹੇਤ ਕੋ ਬਣੇ। ਤਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਮੇਲੇ ਇਸ ਕਰਕੇ ਲਾਏ ਜਾਂਦੇ ਹਨ, ਇੱਕ ਤੋਂ ਲਾਭ ਦੇਣ ਕੋ ਆਵੈ, ਸਤਿਗੁਰ ਸਨ ਕੇ ਦਰਸ਼ਨ ਪਾਵੈ। ਮੇਲੇ ਬਣਾਏ ਹਨ ਲਾਭ ਲੈਣ ਵਾਸਤੇ, ਮੇਲੇ ਵਿਸ਼ੇ ਵਿਕਾਰਾਂ ਵਾਸਤੇ ਨਹੀਂ ਬਣਾਏ। ਜਿਵੇਂ ਆਪ ਦੇਖਦੇ ਹਾਂ ਆਪਾਂ ਆਮ ਇਕੱਠਾਂ ਦੇ ਵਿੱਚ ਲੋਕ ਚੋਰੀਆਂ ਵੀ ਕਰਦੇ ਹੈ, ਜੇਬਾਂ ਵੀ ਕੱਟਦੇ ਹੈ, ਇਕੱਠਾਂ ਦੇ ਵਿੱਚ ਵੀ ਆਪਣੇ ਵਿਸ਼ੇ ਵਿਕਾਰੀ ਲੋਕ ਵੀ ਪਹੁੰਚ ਜਾਂਦੇ ਹੈ। ਇਕੱਠਾਂ ਦਾ ਗੁਰੂ ਪਿਆਰਿਓ ਨਜਾਇਜ਼ ਫਾਇਦਾ, ਗਲਤ ਫਾਇਦਾ ਉਠਾਉਂਦੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੇਲੇ ਬਣਾਏ ਹਨ ਅਸੀਂ ਸੰਗਤਾਂ ਦੇ ਲਾਭ ਲੈਣ ਵਾਸਤੇ, ਕਿਉਂਕਿ ਮੇਲਿਆਂ ਉੱਤੇ ਸਤਿਪੁਰਸ਼ ਇਕੱਠੇ ਹੋਇਆ ਕਰਦੇ ਸਨ। ਬਾਬਾ ਫਰੀਦ ਦਾ ਇੱਕ ਬਣੀ ਹੋਈ ਹੈ ਮੁਹਾਵਰਾ, ਕਹਾਵਤ, ਉੱਠ ਫਰੀਦਾ ਸੁੱਤਿਆ ਮੇਲਾ ਵੇਖਣ ਜਾ, ਮਿਲ ਜੇ ਕੋਈ ਬਖਸ਼ਿਆ ਤੂੰ ਵੀ ਬਖਸ਼ਿਆ ਜਾ। ਤੇ ਪਾਤਸ਼ਾਹ ਕਹਿੰਦੇ ਕੀ ਮੇਲੇ ਆਪਾਂ ਇਸ ਵਾਸਤੇ ਇਕੱਠੇ ਕਰਦੇ ਹਾਂ, ਜਿਵੇਂ ਹੋਲਾ ਮਹੱਲਾ ਹੋਇਆ ਜਾਂ ਹੋਰ ਮੇਲੇ ਹੋਏ। ਕਹਿੰਦੇ ਲੋਕਾਂ ਨੂੰ ਚਾਹੀਦਾ ਕਿ ਸਤਿਪੁਰਸ਼ਾਂ ਦੀ ਸੰਗਤ ਕਰਨੀ ਚਾਹੀਏ। ਮਜ ਹੈ ਤੀਰਥ ਕੋਤ ਸਾਹੂ, ਆਵੈ ਸਬਣ ਮਹੋਸ਼ਿਆ ਮਾਹੂ। ਔਰ ਮਨੁੱਖ ਤੀਰਥਾਂ ਤੇ ਇਸ਼ਨਾਨ ਕਰਨ ਜਾਵੇ, ਸਾਰੇ ਉਤਸਵਾਂ ਤੇ ਪਹੁੰਚੇ। ਜੀਵਨ ਕੋ ਸੁਭਾਵ ਪਰਖੰਤੇ, ਪਾਪ ਨਿਵਾਰ ਹੈ ਸਰਦਾ ਬੰਤੇ। ਔਰ ਤੀਰਥਾਂ ਤੇ ਜਾ ਕੇ ਬੰਦੇ ਨੂੰ ਆਪਣੇ ਆਪੇ ਦੀ ਪੜਚੋਲ ਕਰਨੀ ਚਾਹੀਦੀ ਹੈ ਕਿ ਮੇਰੇ ਵਿੱਚ ਕਿੰਨੇ ਡਿਫੈਕਟ ਪੈ ਚੁੱਕੇ ਹਨ। ਮੈਂ ਧਾਰਮਿਕ ਸਥਾਨ ਤੇ ਆਇਆ, ਚਾਹੇ ਉਹ ਕਿਸੇ ਵੀ ਤੀਰਥ ਤੇ ਗੰਗਾ ਜਮਨਾ ਸਰਸਵਤੀ ਕੋਈ ਵੀ ਤੀਰਥ ਹੈ, ਜਾਂ ਅਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ, ਹਜ਼ੂਰ ਸਾਹਿਬ, ਹੇਮਕੁੰਟ ਸਾਹਿਬ, ਹੋਰ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ, ਜੇ ਉੱਥੇ ਜਾ ਕੇ ਅਸੀਂ ਆਪਣੇ ਆਪ ਦੀ ਪੜਚੋਲ ਨਾ ਕੀਤੀ ਵੀ ਮੈਂ ਕਿੰਨਾ ਗਲਤ ਹਾਂ, ਕਿੰਨੀਆਂ ਗਲਤੀਆਂ ਕਰਦਾ ਹਾਂ, ਫਿਰ ਉਹਨਾਂ ਤੀਰਥਾਂ ਤੇ ਜਾਣ ਦਾ ਫਾਇਦਾ ਕੀ ਜੇ ਉੱਥੇ ਵੀ ਉਹੀ ਕੰਮ ਕੀਤਾ। ਬਚਨ ਹੈ ਮੇਰੇ ਪ੍ਰੀਤਮ ਦੇ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਪਾ ਚੜੀ ਅਸੋਰ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਤੀਰਥਾਂ ਤੇ ਜਾ ਕੇ ਮਨੁੱਖ ਨੂੰ ਸਤਿਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਚਾਹੀਦੀ ਹੈ, ਨਾ ਕਿ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਏ। ਤਿਨ ਮੈਂ ਵਿਗੜ ਬਹੁਤ ਨਰ ਜਾਈ, ਕੋ ਫਲ ਘਟ ਹੈ ਅਧਿਕਾਈ। ਔਰ ਇੰਨੇ ਲੋਕ ਇਕੱਠੇ ਹੁੰਦੇ ਆ, ਇਹਨਾਂ ਚੋਂ ਜਿਹੜਾ ਲਾਹਾ ਹੈ ਬਹੁਤ ਘੱਟ, ਬਿਰਲੇ ਬਿਰਲੇ ਲੈ ਕੇ ਜਾਂਦੇ ਹੈ। ਬਹੁਤੇ ਤਾਂ ਮੇਲੇ ਨੂੰ ਇੱਕ ਮੇਲਾ ਬਣਾ ਕੇ ਹੀ ਤੁਰ ਜਾਂਦੇ ਹਨ, ਜਾਂ ਬਹੁਤੇ ਲੋਕ ਕਿਸੇ ਦਾ ਸਮਾਨ ਚੱਕ ਕੇ ਲੈ ਜਾਂਦੇ ਆ, ਕੋਈ ਭੁੱਲ ਜਾਂਦਾ, ਕੋਈ ਚੋਰੀ ਕਰ ਲੈਂਦੇ ਕਿਸੇ ਦਾ, ਤਾਂ ਉਹਨਾਂ ਨੂੰ ਉਸ ਦਾ ਲਾਹਾ ਮਿਲਣ ਦੀ ਬਜਾਏ ਬਹੁਤ ਵੱਡਾ ਪਾਪ ਲੱਗਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਹੁਤ ਸਾਰੇ ਲੋਕ ਤਾਂ ਵਿਗੜ ਜਾਂਦੇ ਹਨ ਇਕੱਠਾਂ ਦੇ ਵਿੱਚ ਆ ਕੇ,
ਕੋਈ ਵਿਰਲੇ ਇਸ ਗੱਲ ਨੂੰ ਯਾਦ ਰੱਖਦੇ ਹੈ ਕਿ मैं धार्मिक स्थान ते आया, तीर्थ ते आया, मैनू की करना चाहिए। गुर सिख हो एव सुन हो पछान हो, श्री मुख वाक तो एक रस जान हो। ताते गुरसिखो ये गल याद रखो, गुरु दे बचनां नू हमेशा याद रखो। जिन लिव लगी हृदय अनुरागे, तिनको भला नहीं किश लागे। तो केड़ा प्रश्न याद रखो, केड़ा बचन याद रखो गुरु दा, जां रहना नाही ऐत जग तां कायत गर्भ हंडी है। जदों संसार च रहना नहीं फिर हंकार काहदा करना। जदों ये सारियां वस्तुआं साडे कोलों चलियां जाणियां फिर विषय विकारां वाले रस्ते विच क्यों पैना। इस करके जितने तीर्थ देवी थापे तितने लोचै धूड़ साधु की ताई, मैल भरे परे हमरे विच हमरी मैल साधु की धूड़ गवाई। उन्हां गुरु प्यारो धार्मिक स्थानां दी तीर्थां दी वडियाई हुंदी है रब दे प्यारिਆਂ ਦੇ पहुंचण करके, ते उन्हां दी फिर निंदिया कदों हुंदी है जदों उत्थे वसन वाले लोग चोर ठग हो जाण। को सतनाम। फिर वो धार्मिक स्थान भी जिहड़े हन गुरु प्यारिओ संसार नूं ऐ लगदा है बहुत माड़े हन। पर तीर्थां दा की उह च गलती है, गलती मनुख दी है। जे उत्थे रब दे प्यारे आ जाण तां फिर उन्हां दी वडियाई हो जांदी आ, ते जे उत्थे माड़े लोग इकट्ठे हो जाण ते फिर उस चीज़ नूं लोग माड़ा भी देखण लग जांदे है। तां ते सिखो जां रहना नाही ऐत जग तां काय कारब हंडी है, पर अखर एहो बुझी है। हमेशा बाणी नूं पढ़ के इस गल नूं समझना चाहिए, मूर्ख है नाल ना लुझिए, मूर्ख है नाल ना लुझिए। मुकर समान गुरु दरबार, निर्मल सदा विहीन बेकार। ओही गल मेरे प्रीतम इत्थे कहंदे है, जिन लिव लगी हृदय अनुरागे, ਜਿਹੜੇ हमेशा तीर्थां ਦੇ ਉੱਤੇ धार्मिक स्थानां ते जां गुरु घरां ਦੇ ਵਿੱਚ ਜਾ ਕੇ ਆਪਣੇ ਆਪ ਨੂੰ ਹਿਰਦੇ ਵਿੱਚ ਨਾਲ ਜੋੜ ਕੇ ਰੱਖਦੇ ਹਨ, ਉਹਨਾਂ ਦਾ ਕੁਝ ਭਲਾ ਹੋ ਸਕਦਾ ਹੈ। ਔਰ ਜਿਹੜੇ ਗੁਰੂ ਪਿਆਰਿਓ ਉਸ ਪਰਿਪੂਰਨ ਪਰਮੇਸ਼ਰ ਨਾਲ ਜੁੜਨ ਦੀ ਬਜਾਏ ਵਿਸ਼ੇ ਵਿਕਾਰਾਂ ਵਿੱਚ ਰਹਿੰਦੇ ਹਨ, ਉਹਨਾਂ ਨੂੰ ਕਦੇ ਵੀ ਪਰਮੇਸ਼ਰ ਭਲਾ ਨਹੀਂ ਕਰਦਾਗਾ। ਜਿਹੜੇ ਪ੍ਰੇਮ ਨਾਲ ਜੁੜੇ ਰਹਿੰਦੇ ਹੈ ਉਹਨਾਂ ਨੂੰ ਪਰਮੇਸ਼ਰ ਇਹਨਾਂ ਟੇਢੀਆਂ ਕੰਮਾਂ ਵੱਲ ਜਾਣ ਨਹੀਂ ਦਿੰਦਾਗਾ। ਕਿਉਂਕਿ ਪਾਤਸ਼ਾਹ ਕਹਿੰਦੇ ਇਹ ਜਿਹੜਾ ਗੁਰੂ ਘਰ ਹੈ ਨਾ ਸ਼ੀਸ਼ੇ ਦੇ ਸਮਾਨ ਹੈ। ਧਾਰਮਿਕ ਸਥਾਨ 'ਤੇ ਜਾ ਕੇ ਇੱਦਾਂ ਸਮਝ ਲਓ ਜਿਵੇਂ ਤੁਸੀਂ ਘਰੇ ਖੜ੍ਹ ਕੇ ਸ਼ੀਸ਼ਾ ਦੇਖਦੇ ਹੋ, ਅਤੇ ਸ਼ੀਸ਼ਾ ਵੇਖਦਿਆਂ ਹੋਇਆਂ ਕਈ ਮਨੁੱਖਾਂ ਦਾ ਸੁਭਾਅ ਹੁੰਦਾ ਕਿਤੇ ਚਿੱਟੇ ਵਾਲ ਨਾ ਆ ਜਾਣ, ਅਤੇ ਉਹ ਵੇਖ ਵੇਖ ਕੇ ਵਿੱਚੋਂ ਚਿੱਟੇ ਵਾਲ ਪੱਟਦੇ ਆ, ਸ਼ੀਸ਼ਾ ਵੇਖ ਕੇ ਆਪਣੇ ਨੂੰ ਸੋਹਣਾ ਬਣਾਉਂਦੇ ਆ। ਕਮਾਲ ਦੀ ਗੱਲ ਹੈ। ਮੇਰੇ ਪ੍ਰੀਤਮ ਜੀ ਦਾ ਦੀਵਾਨ ਸਜਿਆ ਹੈ, ਸਾਹਮਣੇ ਆ ਕੇ ਇੱਕ ਨੌਜਵਾਨ ਬੈਠਦਾ ਗੁਰੂ ਪਿਆਰਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਦੇ ਵੱਲ ਦੇਖ ਕੇ ਬੜਾ ਮੁਸਕਰਾਉਂਦੇ ਆ, ਬੜਾ ਹੱਸਦੇ ਆ, ਵਿੱਚ ਵਿੱਚ ਦੀ ਮੁਸਕਰਾ ਪੈਂਦੇ ਨੇ ਵੇਖ ਕੇ। ਦਾੜਾ ਆਇਆ ਉਸਦੇ, ਸੋਹਣੇ ਮਸ਼ਹਿਰੇ ਵੀ ਆਏ ਆ, ਮੂਹਰੇ ਬੈਠਦਾ ਪਾਤਸ਼ਾਹ ਉਹਦੇ ਵੱਲ ਕਈ ਵਾਰੀ ਦੇਖਦੇ ਆ ਬੈਠੇ ਬੈਠੇ, ਉਹ ਬੜਾ ਖੁਸ਼ ਹੁੰਦਾ। ਇੱਕ ਦਿਨ ਘਰੇ ਗਿਆ, ਸ਼ੀਸ਼ਾ ਦੇਖਣ ਲੱਗਿਆ, ਜਦੋਂ ਤਿਆਰ ਹੋਣ ਲੱਗਿਆ ਕਿਤੇ ਉਹਨੇ ਵੇਖਿਆ ਚਿੱਟਾ ਵਾਲ ਆ ਗਿਆ ਦਾੜੀ ਦੇ ਵਿੱਚ ਜਾਂ ਮੁੱਛ ਦੇ ਵਿੱਚ। ਉਹਨੇ ਵੇਖਿਆ ਉਹ ਵਾਲ, ਅਤੇ ਵੇਖ ਕੇ ਲੈ ਕੇ ਉਹਨੇ ਚੁੰਡੀ ਦੇ ਨਾਲ ਉਹ ਵਾਲ ਜਿਹੜਾ ਹੈ ਵਿੱਚੋਂ ਪੱਟ ਦਿੱਤਾ। ਜਾਂ ਦੂਜੇ ਦਿਨ ਆ ਕੇ ਫਿਰ ਦੀਵਾਨ ਵਿੱਚ ਬੈਠਿਆ, ਸਤਸੰਗ ਸਜਿਆ, ਅਤੇ ਪਾਤਸ਼ਾਹ ਜੀ ਨੇ ਅੱਜ ਉਹਦੇ ਵੱਲ ਪਾਸਾ ਕਰ ਲਿਆ, ਉਹਦੇ ਵੱਲ ਦੇਖਣਾ ਹੀ ਬੰਦ ਕਰ ਦਿੱਤਾ। ਹੁਣ ਪਾਤਸ਼ਾਹ ਦੂਜੇ ਪਾਸੇ ਦੇਖੀ ਜਾਂਦੇ ਹੈ। ਉਹ ਹੈਰਾਨ ਹੋ ਗਿਆ ਵੀ ਅੱਗੇ ਇੰਨਾ ਮੇਰੇ ਵੱਲ ਮੁਸਕਰਾਉਂਦੇ ਸੀ, ਖੁਸ਼ ਹੁੰਦੇ ਸੀ, ਔਰ ਅੱਜ ਕੀ ਹੋ ਗਿਆ। ਰਿਹਾ ਨਾ ਗਿਆ। ਅਖੀਰ ਤੇ ਮਗਰੋਂ ਦੀਵਾਨ ਸਮਾਧੀ ਪੁੱਛ ਹੀ ਲਿਆ, ਮਹਾਰਾਜ ਕੀ ਗੱਲ ਗੁੱਸੇ ਹੋ ਤੇ ਮੇਰੇ ਨਾਲ? ਪਹਿਲਾਂ ਮੇਰੇ ਤੇ ਇੰਨੀ ਕਿਰਪਾ ਦ੍ਰਿਸ਼ਟੀ ਪਾਉਂਦੇ ਸੀ, ਅੱਜ ਕੀ ਹੋ ਗਿਆ? ਕਹਿੰਦੇ ਤੂੰ ਵਗ ਜਾ ਇੱਥੋਂ ਬਸ, ਨਹੀਂ ਮੈਨੂੰ ਤੂੰ ਚਾਹੀਦਾ ਨਹੀਂ ਹੁਣ। ਨਹੀਂ ਮਹਾਰਾਜ ਪਹਿਲਾਂ ਗਲਤੀ ਤਾਂ ਦੱਸ ਦਿਓ। ਕਹਿੰਦੇ ਜਿਹੜਾ ਤੇਰੇ ਇੱਥੇ ਮਸ਼ਹਿਰੇ ਵਿੱਚ ਜਾਂ ਦਾੜੇ ਵਿੱਚ ਚਿੱਟਾ ਵਾਲ ਸੀ ਉਹ ਕਿੱਥੇ ਹੈ? ਕਹਿੰਦੇ ਜੋ ਤਾਂ ਮੈਂ ਪੱਟਤਾ। ਕਿਉਂ ਪੱਟਤਾ? ਮੈਨੂੰ ਉਹ ਚਿੱਟੇ ਵਾਲ 'ਚੋਂ ਮੇਰੇ ਪਿਤਾ ਦਾ ਝੋਲਾ ਪੈਂਦਾ ਸੀ। ਕੋ ਸਤਨਾਮ ਸੀ। ਤੂੰ ਚਿੱਟਾ ਵਾਲ ਇਸ ਕਰਕੇ ਪੱਟਤਾ ਕਿ ਮੈਂ ਗੁਰੂ ਨੂੰ ਸੋਹਣਾ ਲੱਗਾ। ਮੈਨੂੰ ਤੂੰ ਨਹੀਂ ਸੋਹਣਾ ਲੱਗਦਾ, ਮੈਨੂੰ ਰਹਿਤ ਸੋਹਣੀ ਲੱਗਦੀ ਹੈ। ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਸੋ ਸਹਿ ਮੈਂ ਤਿਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ।
ਤਾਂ ਗੁਰੂ ਪਿਆਰਿਓ ਇਸ ਕਰਕੇ ਗੁਰੂ ਘਰ ਜਾਂ ਕੋਈ ਵੀ ਧਾਰਮਿਕ ਸਥਾਨ ਜਿੱਥੇ ਵੀ ਕੋਈ ਜਾਂਦਾ ਹੈ, ਉਹ ਧਾਰਮਿਕ ਸਥਾਨ ਉਹਨੂੰ ਸ਼ੀਸ਼ਾ ਦਿਖਾਉਂਦਾ ਹੈ ਵੀ ਆਹ ਦੇਖ ਲਾ ਤੇਰੇ 'ਚ ਇੰਨਾ ਕੁ ਨੁਕਸ ਹੈ ਅਤੇ ਇੰਨਾ ਕੁ ਤੂੰ ਠੀਕ ਹੋਇਆ। ਕੋ ਸਤਨਾਮ ਸੀ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਇਹ ਜਿਹੜਾ ਧਾਰਮਿਕ ਸਥਾਨ ਹੁੰਦਾ ਤੀਰਥ ਗੁਰੂ ਘਰ ਆਦਿ, ਇਹ ਸ਼ੀਸ਼ੇ ਦੀ ਨਿਆਈ ਹੈ। ਹਰ ਕਸੋਗ ਸ਼ੀਸ਼ੇ ਨਹਿ ਜਥਾ, ਜਿਵੇਂ ਸ਼ੀਸ਼ਾ ਵੇਖਦੇ ਹਾਂ, ਮੂੰਹ ਵਿੰਗਾ ਕਰਕੇ ਦੇਖੀਏ ਤੇ ਵਿੰਗਾ ਵਿਖਾ ਦੂਗਾ, ਸਿੱਧਾ ਵੇਖੋਗੇ ਸਿੱਧਾ ਦਿਸੂਗਾ। ਗੁਰ ਸਤਪੁਰਖ ਚਲਨ ਹੈ ਤਥਾ, ਗੁਰੂ ਦਾ, ਮਹਾਂਪੁਰਸ਼ਾਂ ਦਾ, ਧਾਰਮਿਕ ਸਥਾਨਾਂ ਦਾ, ਤੀਰਥਾਂ ਦਾ ਇਹੋ ਹੀ ਕਾਰਜ ਹੈ। ਸੇਵਾ ਕਰ ਹੈ ਜਾਣ ਕਰ ਜਸ ਜਸ, ਪੂਰਾ ਭਾਵ ਹੋਤ ਹੈ ਤਸ ਤਸ। ਇਸ ਕਰਕੇ ਜਿਹੋ ਜੀ ਇੱਥੇ ਕੋਈ ਸੇਵਾ ਭਾਵਨਾ ਕਰੇਗਾ, ਜਿਹੋ ਜਿਹਾ ਇੱਥੇ ਕੋਈ ਸਿਮਰਨ ਕਰੇਗਾ, ਜਸ ਜਸ, ਜੈਸਾ ਜੈਸਾ, ਵੈਸਾ ਵੈਸਾ ਹੀ ਉਸ ਨੂੰ ਫਲ ਮਿਲ ਜਾਂਦਾ ਹੈ। ਜਾਣਿਆ ਹਿਰਦੈ ਵਿਚਾਰ, ਮਗ ਹਿੰਦਨ ਵੱਡ ਗਏ ਬਿਗਾਰ। ਇਸ ਕਰਕੇ ਗੁਰੂ ਪਿਆਰਿਓ ਕੀ ਕਹਿੰਦੇ ਹਨ, ਤਉ ਜਾਣੀਐ ਹਿਰਦੈ ਵਿਚਾਰ, ਸੁਣ ਲਓ ਮਗ ਹਿੰਦਨ ਵੱਡ ਗਏ ਵਿਗਾਰ। ਇਹਨਾਂ ਹਿੰਦੂਆਂ ਦੇ ਵਡੇਰੇ ਜਿਹੜੇ ਸਨ ਉਹ ਰਸਤਾ ਵਿਗਾੜ ਗਏ ਹਨ। ਭਾਰਤ ਵਰਸ਼ ਵਿੱਚ ਦੁਨੀਆ ਦੀ ਚਾਲ ਚੱਲਣ, ਜੀਵਨ ਜਾਚ ਜਿਹੜੀ ਆ ਉਹ ਵਿਗੜ ਚੁੱਕੀ ਹੈ। ਤਉ ਜਾਣਿਆ ਹਿਰਦੈ ਵਿਚਾਰ, ਮਗ ਹਿੰਦਨ ਵੱਡ ਗਏ ਬਿਗਾਰ। ਇਸ ਤਰ੍ਹਾਂ ਭਾਰਤ ਵਰਸ਼ ਦੇ ਲੋਕਾਂ ਦੇ ਵਡੇਰੇ ਜਿਹੜੇ ਹਨ ਉਹ ਮਾਰਗ ਵਿਗਾੜ ਗਏ। ਕਿਉਂਕਿ ਗੁਰੂ ਪਿਆਰੋ ਆਪਦੀ ਜਾਨ ਬਚਾਉਣ ਵਾਸਤੇ ਆਪਦੀਆਂ ਬਹੂ ਬੇਟੀਆਂ ਧੀਆਂ ਨੂੰ ਤੁਰਕਾਂ ਨੂੰ ਦੇ ਦੇਣਾ, ਮੁਗਲਾਂ ਨੂੰ ਦੇ ਦੇਣਾ। ਕੋ ਸਤਨਾਮ। ਤੋ ਰਸਤਾ ਵਿਗੜ ਗਿਆ ਨਾ। ਅੱਗੇ ਜਾ ਕੇ ਬੱਚੇ ਵੀ ਰੋਕਲ ਪੈਦਾ ਹੋ ਗਏ, ਉਹ ਵੀ ਡਰਨ ਲੱਗੇ। ਵੱਡਿਆਂ ਨੇ ਸ਼ਾਸਤਰ ਛੱਡ ਦਿੱਤੇ, ਛਤਰੀਆਂ ਤੇ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਅੱਗੇ ਤੋਂ ਅੱਗੇ ਜਿਹੜੇ ਫਿਰ ਉਹਨਾਂ ਦੀਆਂ ਅਣਸਾਂ ਮਨਸਾਂ ਹੋਈਆਂ, ਉਹ ਹੋਰ ਵੀ ਦਿਲ ਦੀਆਂ ਕਮਜ਼ੋਰ ਹੋ ਗਈਆਂ। ਜਿਵੇਂ ਭਾਈ ਦਇਆ ਸਿੰਘ ਨੂੰ ਪੁੱਛਿਆ, ਕਿੱਥੋਂ ਆਏ ਜੀ? ਲਾਹੌਰ ਤੋਂ। ਅੱਛਾ, ਕਦੇ ਤਲਵਾਰ ਚੱਕੀ ਹੈ? ਨਾ ਨਾ ਮਹਾਰਾਜ, ਹਮਾਰੀ ਜਾਤ खत्री, हम तो तोलन जाने तकड़ी, जात हमारी खत्री, चिड़ी उड़े तो हम डर जाए, नंगी कर देना कबू उठाए, कहते आ जा सोनू ही चुकाउणी आ। को सतनाम सी। तो इस करके गुरु साहब कहते ਜਿਹੜੇ हिंदुस्तान के ਵੱਡੇ ਬ੍ਰਿਜ ने शास्त्र ਛੱਡ ਦਿੱਤੇ, ਤਾਈਓ ਤੁਰਕਾਂ ਦਾ ਜ਼ੋਰ ਪਿਆ ਨਾ, ਮੁਗਲਾਂ ਦਾ ਜ਼ੋਰ ਪਿਆ। ਅਸਲ ਵਿੱਚ ਉਹਨਾਂ ਨੇ ਆਪਣੇ ਰਸਤੇ ਜਿਹੜੇ ਸਨ ਉਹ ਵਿਗਾੜ ਦਿੱਤੇ ਹਨ। ਪੀਰ ਫਕੀਰ ਦਿਵਸ ਜਬ ਆਵੇ, ਰੁਦਨ ਕਰਤ ਬੈਰਾਗ ਉਪਾਵੇ। ਕਹਿਣ ਲੱਗੇ ਇਹ ਲੋਕ ਜਿਹੜੇ ਤੁਰਕਾਂ ਦੇ ਵਡੇਰੇ ਹੋਏ ਹਨ ਉਹ ਮਾਰਗ ਨੂੰ ਚੰਗੀ ਤਰ੍ਹਾਂ ਸੁਧਾਰ ਗਏ। ਫਕੀਰਾਂ ਦਾ ਜਦ ਕੋਈ ਦਿਨ ਆਉਂਦਾ ਤੇ ਉਹ ਵਿਰਾਗ ਕਰਕੇ ਉਹਨਾਂ ਨੂੰ ਯਾਦ ਕਰਦੇ ਹਨ। ਮਿਲ ਕਰ ਕਹਿਤ ਜੋ ਵੱਡੇ ਹਮਾਰੇ, ਜਿਸ ਬਿਦ ਕਰ ਸੁਭ ਕਰਮ ਸਿਧਾਰੇ। ਇਸ ਕਰਕੇ ਉਹ ਆਪਣੇ ਪੀਰਾਂ ਫਕੀਰਾਂ ਨੂੰ, ਵੱਡਿਆਂ ਵਡੇਰਿਆਂ ਨੂੰ ਯਾਦ ਰੱਖਦੇ ਹੈ। ਔਰ ਹਿੰਦੁਸਤਾਨ ਦੇ ਵਿੱਚ ਲਗਭਗ ਗੁਰੂ ਪਿਆਰਿਓ ਬਹੁਤੇ ਲੋਕ ਜਿਨ੍ਹਾਂ ਨੂੰ ਪੂਜਦੇ ਆ ਨਾ, ਉਹ ਮੁਸਲਮਾਨਾਂ ਨੂੰ ਪੂਜੀ ਜਾਂਦੇ ਆ। ਕੋ ਸਤਨਾਮ ਸੀ। ਕਬਰਾਂ ਨੂੰ ਪੂਜਣਾ, ਜੰਡਾਂ ਨੂੰ ਪੂਜਣਾ, ਕਿੱਕਰਾਂ ਨੂੰ ਪੂਜਣਾ, ਉਹ ਸਾਹਮਣੇ ਜੰਡ ਲੱਗਿਆ ਹੈਗਾ ਉਸ ਨੂੰ ਪੂਜਣਾ, ਇਹ ਮੁਸਲਮਾਨਾਂ ਦੀ ਪੂਜਾ ਹੈ। ਭਾਰਤ ਵਰਸ਼ ਦੇ ਲੋਕਾਂ ਦੀ ਇਹ ਪੂਜਾ ਨਹੀਂ ਸੀ। ਕੋ ਸਤਨਾਮ ਸੀ। ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਅਸਲ ਵਿੱਚ ਇਹਨਾਂ ਲੋਕਾਂ ਨੇ ਵਿਗਾੜਿਆ ਸਾਰਾ ਕੁਝ। ਭਾਈ ਮੰਝ ਸਰਬਰੀਏ ਦਾ ਚੇਲਾ ਹੈ, ਹਿੰਦੂਆਂ ਦਾ ਲੜਕਾ ਹੈ। ਜਦ ਉਸਨੇ ਪੰਜਵੇਂ ਪਾਤਸ਼ਾਹ ਜੀ ਦੇ ਕੋਲੋਂ ਸੁਣਿਆ ਨਾ ਬਈ ਸਾਡਾ ਆਹ ਧਰਮ ਹੈ ਅਤੇ ਸਾਨੂੰ ਆਹ ਕਰਨਾ ਚਾਹੀਦਾ ਹੈ, ਭਾਈ ਮੰਝ ਕਹਿੰਦਾ ਅੱਜ ਤੱਕ ਅਸੀਂ ਭੁੱਲੇ ਰਹੇ, ਮੁਸਲਮਾਨਾਂ ਦੀ ਅਸੀਂ ਪੂਜਾ ਕਰਦੇ ਰਹੇ, ਅੱਜ ਤੋਂ ਬਾਅਦ ਮੈਂ ਛੱਡਿਆ, ਮੈਨੂੰ ਆਪਣਾ ਸਿੱਖ ਬਣਾ ਲਓ। ਪਾਤਸ਼ਾਹ ਕਹਿੰਦੇ ਪਹਿਲਾਂ ਘਰੋਂ ਮੜੀ ਢਾਹ ਕੇ ਆ, ਦਰਿਆ ਸਿੱਟ ਕੇ ਆ, ਫਿਰ ਮੈਂ ਤੈਨੂੰ ਆਪ ਦਾ ਬਣਾਊਂਗਾ, ਨਹੀਂ ਤਾਂ ਉਸੇ ਦਾ ਬਣਿਆ ਰਹਿ। ਤਾਂ ਮਤਲਬ ਕਿ ਹਿੰਦੁਸਤਾਨ ਦੇ ਲੋਕਾਂ ਨੇ ਅਸਲ ਵਿੱਚ ਮੁਸਲਮਾਨਾਂ ਨੂੰ ਪੂਜਣਾ ਸ਼ੁਰੂ ਕੀਤਾ। ਆਪੋ ਆਪਣੇ ਧਰਮ 'ਚ ਰਹਿਣਾ ਚਾਹੀਦਾ। ਉਹਨਾਂ ਨੂੰ ਆਪਣਾ ਧਰਮ ਪਿਆਰਾ, ਆਪਾਂ ਨੂੰ ਆਪਣਾ ਪਿਆਰਾ, ਸਿੱਖ ਨੂੰ ਆਪਣਾ ਧਰਮ ਪਿਆਰਾ ਹੋਣਾ ਚਾਹੀਦਾ। ਖੈਰ ਹੋਰ ਵੀ ਇਸ ਵਿਸ਼ੇ 'ਤੇ ਬਹੁਤ ਸਾਰੀਆਂ ਵਿਚਾਰਾਂ ਹੋਈਆਂ। ਮੇਰੇ ਪ੍ਰੀਤਮ ਜੀ ਕਹਿੰਦੇ ਸੋ ਹਮ ਤੇਵਣ ਆਵਤ ਨਾਹੀ,
ਗਾਫਲ ਸਦਾ ਕੁਦੀ ਮਨ ਮਾਹੀ। ਇਸ ਕਰਕੇ ਗਫਲਤਾ ਛੱਡ ਦੇਣੀ ਚਾਹੀਦੀ ਹੈ, ਹੰਕਾਰ ਛੱਡ ਦੇਣਾ ਚਾਹੀਦਾ ਹੈ। ਸਾਥੋਂ ਤਾਂ ਇਹ ਅੱਧ ਵਿਚਾਲਾ ਜਾਣੀ ਹੁੰਦਾਗਾ। ਅਸੀਂ ਤਾਂ ਇੱਕ ਪਾਸਾ ਹੀ ਕਰਕੇ ਹਟਾਂਗੇ, ਇੱਕ ਦੇ ਨਾਲ ਜੁੜਾਂਗੇ, ਇੱਕ ਅਕਾਲ ਦੇ ਨਾਲ ਜੁੜਾਂਗੇ ਤੇ ਅਕਾਲ ਦੇ ਨਾਲ ਹੀ ਜੋੜਨਾ ਕਰਾਂਗੇ। ਯਾ ਖੁਦਾਏ ਹਮ ਤੋਏ ਪਨਾਹੇ, ਰਾਖ ਲੀਜੀਏ ਬਖਸ਼ ਗੁਨਾਹੇ। ਉਹ ਮੁਸਲਮਾਨ ਤਾਂ ਕਹਿੰਦੇ ਆ ਯਾ ਖੁਦਾ ਅਸੀਂ ਤੇਰੀ ਸ਼ਰਨ ਵਿੱਚ ਹਾਂ, ਸਾਨੂੰ ਰੱਖ ਲੈ। ਤੇ ਹਿੰਦੂ ਦੇ ਜਿਹੜੇ ਹਨ ਕਿਸ ਤਰ੍ਹਾਂ ਦੇ ਮੰਨਤ ਹੈ। ਹਿੰਦਨ ਕੇ ਦਿਨ ਹੋੜ ਦੀਵਾਲੀ, ਇਤਿਹਾਸਿਕ ਦਿਨ ਚਲ ਹੈ ਕੁਚਾਲੀ। ਉਹ ਤਾਂ ਕਹਿੰਦੇ ਹਨ ਕਿਸੇ ਦੁੱਖ ਆਉਣ ਤੇ ਹੇ ਖੁਦਾ ਅੱਲਾ ਪਾਕ ਸਾਨੂੰ ਬਖਸ਼ ਲੈ, ਅਸੀਂ ਤੇਰੀ ਸ਼ਰਨ ਵਿੱਚ ਹਾਂ। ਤੇ ਹਿੰਦੂਆਂ ਦੇ ਜਦੋਂ ਦਿਹਾੜੇ ਮਨਾਏ ਜਾਂਦੇ ਆ, ਹੋਲੀ ਦੀਵਾਲੀ, ਇਹਦੇ ਉੱਤੇ ਬੱਕਰਿਆਂ ਨੂੰ ਵੱਢਿਆ ਜਾਂਦਾ ਹੈ। ਕੋ ਸਤਨਾਮ ਸੀ। ਇਹਦੇ ਉੱਤੇ ਖੁਦਾ ਦਾ ਮੂੰਹ ਚੜਾਇਆ ਜਾਂਦਾ ਹੈ, ਬਈ ਤੂੰ ਸਾਡੇ ਘਰੇ ਮੁੰਡਾ ਦਿੱਤਾ, ਅਸੀਂ ਬੱਕਰੇ ਦੀ ਬਲੀ ਦੇ ਕੇ ਆਉਣੇ ਆ, ਤੇਰੇ ਪਿੱਛੇ ਇੱਕ ਜੀਵ ਨੂੰ ਮਾਰ ਕੇ ਆਉਣੇ ਆ। ਕੋ ਸਤਨਾਮ। ਇਹ ਕੰਮ ਵਿਗਾੜੇ ਹੋਏ ਆ ਅਸਲ ਵਿੱਚ ਵੱਡਿਆਂ ਨੇ ਸਿੱਖੋ। ਇਸ ਕਰਕੇ ਸਾਥੋਂ ਤਾਂ ਇਹ ਕੰਮ ਨਹੀਂ ਹੁੰਦਾਗਾ। ਜਿਹੋ ਜਿਹਾ ਕਿਸੇ ਦਾ ਧਰਮ ਹੈ ਉਸ ਨੂੰ ਉਹੋ ਜਿਹਾ ਨਿਭਾਉਣਾ ਚਾਹੀਏ। ਬਿਨਾ ਲਾਜ ਤੇ ਹੋਏ ਨਰ ਨਾਰੀ, ਕਰੈ ਖਰਾਬਾ ਕਾਢਤ ਗਾਰੀ। ਔਰ ਅੱਜ ਹਿੰਦੁਸਤਾਨ ਦੇ ਲੋਕਾਂ ਦਾ ਆਹ ਹਾਲ ਹੈ, ਇਹਨਾਂ ਦੀ ਸ਼ਰਮ ਚਲੀ ਗਈ ਹੈ। ਜਿਵੇਂ ਉਹ ਦੋ ਇਸਤਰੀਆਂ ਭੱਜ ਗਈਆਂ ਨਾ ਕਿਸੇ ਦੇ ਨਾਲ, ਉਹਦੀ ਗੱਲ ਉੱਥੋਂ ਚੱਲੀ ਤੇ ਗੱਲ ਚੱਲਦਿਆਂ ਚੱਲਦਿਆਂ ਕਿੱਥੇ ਪਹੁੰਚ ਗਈ। ਪਾਤਸ਼ਾਹ ਜੀ ਕਹਿੰਦੇ ਤਾਂ ਤੇ ਹਿੰਦੁਸਤਾਨ ਦੇ ਲੋਕ ਜਿਹੜੇ ਹਨ ਉਹ ਲੱਜਾ ਰਹਿਤ ਹੋ ਗਏ, ਇਹਨਾਂ ਦੀ ਸ਼ਰਮ ਉੱਡ ਗਈ ਹੈ। ਪਾਤਸ਼ਾਹੀ ਦਾ ਬਚਨ ਹੈ ਨਾ, ਧਰਮ ਪੰਖ ਕਰ ਉੱਡ ਰਿਹਾ, ਕੂੜਿਆ ਮਾਪ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ, ਕੂੜ ਦੀ ਮੱਸਿਆ ਫੈਲ ਗਈ। ਸੱਚ ਦਾ ਜਿਹੜਾ ਚੰਦਰਮਾ ਅਲੋਪ ਹੋ ਗਿਆ। ਇਸ ਕਰਕੇ ਸਿੱਖੋ ਇਹ ਹਿੰਦੁਸਤਾਨ ਦੇ ਲੋਕਾਂ ਦੀ ਸ਼ਰਮ ਉੱਡ ਗਈ ਹੈ। ਕਰੇ ਖਰਾਬਾ ਕਾਢ ਤਗਾਰੀ, ਗੰਦੀਆਂ ਗਾਲਾਂ ਕੱਢਦੇ ਹਨ। ਸਿੱਖੋ ਨਰਹੋ ਬਾਤ ਇਹ ਸਾਰ, ਜਿਨਹੋ ਬੰਦਗੀ ਕੈ ਕਰਤਾਰ। ਤਾਂ ਤੇ ਸਿੱਖੋ ਕੰਮ ਦੀ ਗੱਲ ਇਹੀ ਹੈ, ਭਜਨ ਬੰਦਗੀ ਕਰਿਆ ਕਰੋ, ਕਰਤਾਰ ਦਾ ਨਾਮ ਜਪਿਆ ਕਰੋ ਤੇ ਅਸੀਂ ਆਪਣੇ ਧਰਮ ਨੂੰ ਹਮੇਸ਼ਾ ਕਾਇਮ ਰੱਖੀਏ। ਹੋਰ ਵਿਚਾਰਾਂ ਪਾਤਸ਼ਾਹ ਦਿੰਦੇ ਹੈ, ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व मैं, हे संगी हे निरंकार, हे निर्गुण हे गोविंद हे गुण निधान, हे अपरंपर हर हरे है पिहोवन, हे संत है कै सदा संग, हे ठाकुर हों दासरो मैं निर्गुण गुण नहीं, नानक दीजै नाम दान, आए प्रभ शरणागति कृपा निध, एक अखर हर मन बसत, एक अंकार सतगुरु, वाहिगुरु जी की फतेह है, वाहिगुरु जी की फतेह है। वाहिगुरु जी का खालसा, वाहिगुरु जी की फतेह। बहुत बहुत धन्यवाद।